श्री गुर शब्द कमाए जिन जीते पंच विकार। तिन संतन को बंदना सिर चरणन पर तार। एकंकारा सतगुरु तिह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहिगुरु साहिब जीओ दोहरा। वहर खरे जोदार है निस दिन मह समुदाय। चाह दिश भजन अखंड होए शब्द राग जुत गाए। वहर खरे जोदार है। वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, आप सिख संगतां बड़े प्रेम प्यार नाल चौरागी ਸਿੰਘਾਂ ਦੀ रचना राहीं असाज दी वारदा कीर्तन शक्तियां तथा शब्दां सहित हो रहा सी। श्रवण करके लाहा ले रहे सी। कीर्तन तो बाद आपां गुरु हरगोबिंद साहिब जी का इतिहास चल रहा लड़ीवार रूप विच प्रसंग श्रवण कर रहे हाँ। जिवें आप जी ने सचखंड गमन करन तो पहला गुरसिख संगतां नूं श्री कीरतपुर साहिब विखे समूह संधा दे सहित बुला लिया सी। सतगुरु हरराय साहिब जी जो अपने संसारी संबंध करके छोटे पोतरे लगते सन, जो जे के परता गदीक दे उपर सवाईमान कर दिता सी। जिवें परिवार दे विच घबराहट फैली, सारियां नूं कोई दे लैके शांत कर लिया। फिर गुरु हरराय साहिब जी नूं कोई सिक्ख्या दी भी साडे वांग अमृत वेले उठना है, इशनान करके समाधि विच स्थित होना है। फिर दीवान में जाके गुरबाणी द्वारा सो उपदेश देना है। जंग युद्ध कोई नहीं करने, 2200 घोड़ा सवार सूरवीरां दी फौज अपने कोल रखनी है। जो कोई चढ़ के आ जाएगा वो तुहाडे तक नहीं पहुंच सकेगा। रस्ते विच ही जिवें करे गल जांदे ने हवा नाल ही रस्ते विच ही वो मर मुक जाया करेंगे। गुरसिख संगतां नूं कहा है भी तुसीं भी वध तो वध गुरबाणी पढ़नी है या सुननी है, नाम जपना है, धर्म की किरत करके वंड के छकना है। इस तरह जिहड़ा गुरु नानक साहिब जी की दसी हुई गुरमत सिक्ख्या नूं मन विच वसाएगा, ਉਹਦੇ ਅਸੀਂ लोक परलोक विच सहायक संगी होवांगे, रखिया करांगे। वो साडे लोक विच आ साडे कोल पहुंचेगा। इस तरह कह के जो नीवी जी जगह मकान तैयार कराया सी, जिसका आप जी ने नाम पतालपुरी रखिया सी, ਉਹਦੇ ਵਿੱਚ प्रवेश होने करन तो पहला बच्चे कह रहे थे कि 7 दिन तक इत्थे
ਇਹ ਦਰਵਾਜ਼ਾ ਕੋਈ ਨਾ ਖੋਲੇ, ਬਾਹਰ ਬੈਠ ਕੇ ਬਾਣੀ ਪੜ੍ਹਨਾ, ਜਪਨ ਕੀਰਤਨ ਹੋਵੇ। ਸੂਰਬੀਰ ਹਰ ਪਾਸੇ ਸਾਵਧਾਨ ਰਹਿਣ। ਜਦੋਂ 7ਵੇਂ ਦਿਨ ਦਾ ਸਵਾ ਪਹਿਰ ਦਿਨ ਚੜ੍ਹ ਜਾਏ, ਫਿਰ ਮਕਾਨ ਦੇ ਅੰਦਰ, ਕੋਠੇ ਦੇ ਅੰਦਰ ਆਉਣਾ। ਸਭ ਤੋਂ ਪਹਿਲਾਂ ਸ੍ਰੀ ਹਰਿਰਾਏ ਸਾਹਿਬ ਜੀ ਆਉਣ, ਬਾਅਦ ਵਿੱਚ ਸਿੱਖ ਸੰਗਤਾਂ। ਫਿਰ ਇਸੇ ਤਰ੍ਹਾਂ ਗੁਰਮਤਿ ਆਸ਼ੇ ਅਨੁਸਾਰ ਸਾਡਾ ਅੰਤਮ ਸੰਸਕਾਰ ਕਰ ਦੇਣਾ। ਕਿਸੇ ਨੇ ਰੋਣਾ ਪਿੱਟਣਾ ਬਿਲਕੁਲ ਨਹੀਂ, ਸ਼ੋਕ ਗਮ ਨਹੀਂ ਕਰਨਾ ਹੈ, ਕਿਉਂਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰ ਗਿਆ। ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀ। ਜੋ ਆਉਂਦਾ ਹੈ ਉਹ ਸੰਸਾਰ ਵਿੱਚ ਇੱਕ ਦਿਨ ਜਾਂਦਾ ਹੀ ਜਾਂਦਾ ਹੈ। ਤੇ ਅਸੀਂ ਤਾਂ ਆਪਣਾ ਜਿਹੜਾ ਅਸਲੀ ਘਰ ਸੱਚਖੰਡ, ਉਹਦੇ ਵਿੱਚ ਜਾ ਰਹੇ ਹਾਂ। ਕੋਈ ਸ਼ੋਗਮ ਕਰਦਾ ਹੈ, ਰੋਣਾ ਪਿੱਟਣਾ ਕਿਸ ਲਈ ਹੈ, ਭਾਣੇ ਵਿੱਚ ਰਹਿਣਾ। ਇਹ ਕਹਿ ਗਏ ਸਨ। ਇਸ ਵੇਲੇ 6 ਦਿਨ ਪੂਰੇ ਹੋਏ ਹੈ। 7ਵੀਂ ਰਾਤ ਆਈ ਅੰਮ੍ਰਿਤ ਵੇਲੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਗਮਨ ਕਰਨ ਲਈ ਤਿਆਰੀ ਕਰ ਲਈ ਹੈ। ਉਧਰ ਜਿੰਨੇ ਕੋਈ ਮਹਾਨ ਮੁਖੀ ਦੇਵਤੇ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਦਰ ਸਤਿਕਾਰ ਲਈ ਆਪੋ ਆਪਣੀਆਂ ਸਵਾਰੀਆਂ ਉੱਪਰ ਚੜ੍ਹ ਕੇ ਆਉਣਾ ਕੀਤਾ ਹੈ। ਇਸੇ ਤਰ੍ਹਾਂ ਕੋਈ ਫੁੱਲਾਂ ਦੀ ਮਾਲਾ, ਕੋਈ ਇਸੇ ਤਰ੍ਹਾਂ ਫੁੱਲਾਂ ਦੇ ਬੁੱਕ ਲੈ ਲੈ ਕੇ ਸਤਿਗੁਰੂ ਦੇ ਉੱਪਰ ਦੀ ਬਰਸਾ ਰਿਹਾ ਹੈ ਤੇ ਜੈ ਜੈਕਾਰ ਕਰ ਰਿਹਾ ਹੈ ਕਿ ਮਹਾਰਾਜ ਭਗਤਾਂ ਦੀ ਰੱਖਿਆ ਕਰਨ ਵਾਸਤੇ, ਦੇਵਤਿਆਂ ਦੀ ਸਹਾਇਤਾ ਕਰਨ ਵਾਸਤੇ ਪਹਿਲਾਂ ਵੀ ਐਸਾ ਕੁਝ ਕਰਦੇ ਕਰਾਉਂਦੇ ਰਹੇ ਹੋ। ਹੁਣ ਵੀ ਦੁਸ਼ਟਾਂ ਦਾ ਨਾਸ਼ ਕਰਕੇ, ਧਰਮ ਦਾ ਪ੍ਰਕਾਸ਼ ਕਰਕੇ ਮਹਾਰਾਜ ਹੁਣ ਆਪਣੇ ਅਸਥਾਨ ਨੂੰ ਜਾ ਰਹੇ ਹੋ। ਧੰਨ ਹੋ। ਪਹਿਲਾਂ ਗੁਰੂ ਨਾਨਕ ਸਰੂਪ ਹੋਏ, ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਫਿਰ ਗੁਰੂ ਰਾਮਦਾਸ, ਫਿਰ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਆਪ ਜੀ ਦਾ ਹੁੰਦੇ 6ਵਾਂ ਸਰੂਪ ਦਾ ਮਹਾਨ ਪੀਰਾਂ ਦਾ ਪੀਰ ਤੇ ਪਾਤਸ਼ਾਹ ਦਾ ਪਾਤਸ਼ਾਹ ਬਲੀ ਹੋ ਰਿਹਾ ਹੈ। ਧੰਨ ਹੋ ਆਪ ਜੀ ਨੇ ਮਹਾਰਾਜ। ਕਲਯੁਗ ਉਧਾਰਿਆ ਗੁਰਦੇਵ, ਮਨਮੂਤ ਮੂੜ ਜੇ ਮੁਗਧ ਉੱਤੇ ਸਭ ਲੱਗੇ ਤੇਰੀ ਸੇਵਾ ਵਾਲੀ। ਸਿੱਖਿਆ ਦੇ ਕੇ ਸਭ ਦਾ ਉਧਾਰ ਸੁਧਾਰ ਕਰ ਦਿੱਤਾ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸੱਚਖੰਡ ਗਮਨ ਕਰਨ ਲੱਗੇ। ਇੱਧਰ ਜਿੰਨੀਆਂ ਹੇਠਾਂ ਸਿੱਖ ਸੰਗਤਾਂ ਹਨ, ਸਾਰਿਆਂ ਨੇ ਆਕਾਸ਼ ਵਿੱਚ ਚਿੰਨ੍ਹ ਦੇਖੇ। ਬਾਜੇ ਗਾਜੇ ਰਣ ਸਿੰਘੇ ਸੰਖ ਵਜਦੇ ਸੁਣੇ ਹਨ, ਜੈ ਜੈਕਾਰ ਹੁੰਦੀ ਸੁਣੀ ਹੈ। ਸਾਰਿਆਂ ਨੇ ਜਾਣ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸੱਚਖੰਡ ਗਮਨ ਕਰ ਰਹੇ ਨੇ, ਜਾ ਰਹੇ ਨੇ। ਇਸ ਤਰ੍ਹਾਂ ਜਿਵੇਂ ਫਿਰ ਉਹ 7ਵੇਂ ਦਿਨ ਸਵਾ ਪਹਿਰ ਦਿਨ ਚੜ੍ਹੇ, ਹਰਿਰਾਏ ਸਾਹਿਬ ਜੀ ਮਕਾਨ ਦੇ ਅੰਦਰ ਪ੍ਰਵੇਸ਼ ਹੋਏ ਹਨ। ਗੁਰੂ ਹਰਿਰਾਏ ਸਾਹਿਬ ਜੀ ਨੇ ਸਾਰਿਆਂ ਤੋਂ ਅੱਗੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਸ਼ਨਾਨ ਕਰਾਇਆ। ਸਾਫ ਸੁਥਰੇ ਬਸਤਰ ਪਾਏ, ਸੋਹਣੇ ਪ੍ਰਵਾਨ ਵਿੱਚ ਸਜਾ ਕੇ ਫਿਰ ਇਸੇ ਤਰ੍ਹਾਂ ਅੰਤਮ ਸੰਸਕਾਰ ਕੀਤਾ। ਉਹ ਅੱਜ ਜਿਹੜਾ ਪ੍ਰਸੰਗ ਹੈ, ਅੱਜ ਦੇ ਦੀਵਾਨ ਵਿੱਚ ਆ ਰਿਹਾ ਹੈ, ਉਹ ਜਿਵੇਂ ਆਉਂਦਾ ਸੀ ਸੁਣੀਏ ਜੀ। ਵਹਿਰ ਖਰੇ ਜੋਦਾਰ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਕਰਨ ਤੋਂ ਜਿਹੜਾ ਕੋਠਾ ਸਾਹਿਬ ਹੈ ਪਤਾਲਪੁਰੀ, ਉਹ ਤੋਂ ਬਾਹਰ ਕਹਿੰਦੇ ਯੋਧੇ ਜਿਹੜੇ ਨੇ ਆਓ ਸੂਰਬੀਰ ਖੜੇ ਰਹਿੰਦੇ ਹਨ। ਨਿਸ ਦਿਨ ਮਹਿ ਸਾਂਭਦਾ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਜਿੰਨੇ ਜੰਗੀ ਯੋਧੇ ਅਭੋ ਗਿਣਤੀ ਸਾਰੇ ਕਹਿੰਦੇ ਸਾਵਧਾਨ ਹੋ ਕੇ ਖੜੇ ਰਹਿੰਦੇ ਹਨ। ਚੌਹੰਦੇਸ਼ ਭਜਨ ਅਖੰਡ ਹੈ। ਉੱਥੇ ਚਾਰੇ ਤਰਫੀ ਇੱਕ ਰਾਸ
ਵਾਹਿਗੁਰੂ ਦਾ ਭਜਨ ਸਿਮਰਨ ਵੀ ਹੋ ਰਿਹਾ ਹੈ। ਸ਼ਬਦ ਰਾਗ ਜੁਤ ਗਾਏ। ਜਿਹੜੇ ਰਾਗੀ ਸਹਿਬਾਨ ਹਨ ਉਹ ਰਾਗਾਂ ਦੇ ਸਹਿਤ ਔਰ ਰਾਗਾਂ ਸਮੇਤ ਬੜੇ ਸ਼ਬਦਾਂ ਨੂੰ ਗਾਉਂਦੇ ਹਨ ਬੈਰਾਗਮਈ। ਚੌਪਈ ਚੌਹੰਦਿਸ਼ ਕੋਠਰ ਕੇ ਪਰਵਾਰੇ। ਜਿੰਨੇ ਗੁਰ ਸਿੱਖ ਸੇਵਕ ਹੈ ਪਹਿਰੇਦਾਰ ਹੈ, ਜਿਹੜਾ ਇੱਕ ਕੋਠਾ ਹੈ ਮਕਾਨ ਹੈ, ਇਹਦੇ ਚਾਰ ਛਪੇਰੇ ਅਵੇੜਤ ਹਨ। ਸਭ ਨੇ ਉਹ ਘੇਰਾ ਪਾਇਆ, ਘੇਰਾ ਕੱਤਿਆ ਹੋਇਆ ਹੈ। ਭਈ ਸੰਗਤਾਂ ਆਨ ਹਜ਼ਾਰੇ। ਇੱਕ ਨਹੀਂ ਦੋ ਨਹੀਂ, ਕਹਿੰਦੇ ਉਹ ਕੋਠਾ ਸਾਹਿਬ ਦੇ ਇਰਦ ਗਿਰਦ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੀਆਂ ਸੰਗਤਾਂ ਆ ਇਕੱਠੀਆਂ ਹੋਈਆਂ। ਭਾਉ ਸਭਨ ਕੇ ਭਇਓ ਵਿਸਾਲਾ। ਉਸ ਵੇਲੇ ਜਿੰਨੀਆਂ ਸਿੱਖ ਸੰਗਤਾਂ ਹੈ ਸਾਰਿਆਂ ਦੇ ਮਨਾਂ ਵਿੱਚ ਬੜਾ ਭਾਰੀ ਪ੍ਰੇਮ ਭਾਵ ਪ੍ਰਗਟ ਹੋਏ ਆਇਆ ਹੈ। ਸਿਮਰਹਿ ਸਤਿਗੁਰ ਪ੍ਰਭੂ ਕਿਰਪਾਲਾ। ਆਜੋ ਪ੍ਰਭੂ ਕਿਰਪਾਲੂ ਦਾ ਸਰੂਪ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ। ਉਹਨਾਂ ਨੂੰ ਸੰਗਤਾਂ ਯਾਦ ਕਰਦੀਆਂ ਹਨ, ਸਿਮਰਦੀਆਂ ਹਨ। ਗੁਰ ਆਗਵਨ ਸੁਰਨ ਸੁਧ ਪਾਈ। ਉਧਰ ਜਿੰਨੇ ਦੇਵੀ ਦੇਵਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੱਚਖੰਡ ਗਗਨ ਵੱਲ ਨੂੰ ਜਾਣ ਦੀ ਆਉਣ ਦੀ ਸੁਧ ਖਬਰ ਪਾਈ ਹੈ। ਬ੍ਰਹਮਾਦਿਕ ਮਨ ਮੋਦ ਬਡਾਈ। ਜਿੰਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਸਾਰੇ ਆਪਣੇ ਮਨ ਵਿੱਚ ਖੁਸ਼ੀਆਂ ਵਧਾ ਰਹੇ ਹਨ। ਗੀਰਬਾਨ ਸਭ ਚੜੇ ਬਿਬਾਨ। ਜਿੰਨੇ ਗੀਰਬਾਨ ਕੀਏ ਦੇਵਤੇ ਹਨ ਆਪੋ ਆਪਣੇ ਭਵਾਨਾਂ ਤੇ ਸਾਰੇ ਚੜ ਪਏ ਹਨ। ਪੂਰਨ ਆਏ ਥਿਰੇ ਆਸਮਾਨ। ਬੜੀ ਛੇਤੀ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰਨ ਲਈ ਅਸਮਾਨ ਵਿੱਚ ਆਕਾਸ਼ ਵਿੱਚ ਆ ਟਿਕੇ ਹਨ। ਕਮਲਾਸਨ ਆਰੂੜ ਮਰਾਲਾ। ਜਿਹੜਾ ਇਹ ਬ੍ਰਹਮਾ ਹੈ ਕਮਲ ਤੇ ਆਸਣ ਲਾਉਣ ਵਾਲਾ, ਨਾਭ ਕਮਲ ਤੇ ਬ੍ਰਹਮਾ ਉਪਜੇ, ਨਾਭੀ ਕਮਲ ਤੋਂ ਧੁਨੀ ਤੋਂ ਪੈਦਾ ਹੋਣ ਵਾਲੇ ਬ੍ਰਹਮਾ ਜੀ ਉਹ ਕਹਿੰਦੇ ਮਰਾਲਾ ਨੂੰ ਹੰਸਦਾ ਹੰਸ ਤੇ ਚੜ ਕੇ ਆ ਗਏ ਹਨ। ਚੰਦਰ ਚੂੜ ਚੜ ਬ੍ਰਿਖਬ ਵਿਸਾਲਾ। ਚੰਦਰ ਚੂੜ ਨਾਮ ਸ਼ਿਵ ਜੀ ਦਾ ਹੈ। ਜਿਹਦੇ ਮੱਥੇ ਤੇ ਚੰਦਰਮਾ ਦਾ ਚੂੜਾ ਹੈ, ਮੱਥੇ ਤੇ ਉਹ ਦੂਜ ਦਾ ਚੰਦਰਮਾ ਵਿਰਾਜਦਾ ਹੈ। ਸ਼ਿਵ ਜੀ ਕਹਿੰਦੇ ਜਿਹੜਾ ਨੰਦੀ ਬੈਲ ਹੈ ਉਹਦੇ ਚੜ ਕੇ ਆ ਗਏ ਹਨ। ਲੈ ਕਰ ਆਪਣੇ ਗਨ ਸਮਗਾਇਆ। ਆਪਣੇ ਜਿਹੜੇ ਸ਼ਿਵ ਜੀ ਨੇ ਟੌਣਾ ਛਾਉਣਾ ਆਦਿਕ ਹਨ ਉਹ ਬੇਨਤੀ ਗਣ ਲੈ ਲਏ ਹਨ। ਆਵਤ ਭੇਜੈ ਸ਼ਬਦ ਅਲਾਇਆ। ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਜੈ ਹੋਵੇ, ਜਿੱਤ ਹੋਵੇ, ਫਤਿਹ ਹੋਏ। ਉਹ ਸ਼ਬਦ ਲਾਰੇ ਉਚਾਰ ਰਹੇ ਤੇ ਆ ਗਏ ਹਨ। ਤਥਾ ਪਾਕ ਸਾਸਨ ਚੱਲ ਆਇਓ। ਇਸੇ ਤਰ੍ਹਾਂ ਸ਼ਿਵ ਜੀ ਦੇ ਨਾਲ ਹੀ ਜਿਹੜਾ ਕਹਿੰਦੇ ਪਾਕ ਸਾਸਨ ਇੰਦਰ ਦਾ ਹੈ, ਇੰਦਰ ਦਾ ਦੇਵਤਾ ਵੀ ਉੱਥੇ ਚਲੇ ਆਇਆ ਹੈ। ਵਾਯੂ ਬੰਨੀ ਆਨੰਦ ਉਪਾਇਓ। ਜਿਹੜਾ ਕੌਣ ਦੇਵਤਾ ਹੈ, ਅਗਨੀ ਦੇਵਤਾ ਹੈ। ਬੰਨੀ ਨਾ ਅਗਦਾ ਅਗਨੀ ਦੇਵਤਾ ਇਹ ਸਾਰੇ ਆਨੰਦ ਪੈਦਾ ਕਰਕੇ ਆਏ ਹਨ। ਦੁਆਦਸ ਦਿਨ ਕਰ ਮੂਰਤ ਧਰੀ। ਜਿਹੜੇ 12 ਸੂਰਜ ਹਨ ਉਹਨਾਂ ਨੇ ਵੀ ਕਹਿੰਦੇ ਇਸ ਤਰ੍ਹਾਂ ਸੋਹਣੀ ਸ਼ਕਲ ਸੂਰਤ ਧਾਰਨ ਕੀਤੀ ਹੋਈ ਹੈ। ਆਏ ਨਿਸਾਪਤ ਥਿਰਤਾ ਕਰੀ। ਆ ਜਿਹੜਾ ਚੰਦਰ ਦੇਵਤਾ ਉਸਨੇ ਵੀ ਆ ਕੇ ਆਕਾਸ਼ ਵਿੱਚ ਸਥਿਤੀ ਕੀਤੀ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਦੀ ਉਡੀਕ ਕਰਨ ਲੱਗੇ ਹਨ। ਪੌਣ 49 ਰੁਦਰ ਇਕਾਦਸ਼। ਜਿਹੜੀ 49 ਪ੍ਰਕਾਰ ਦੀ ਪੌਣ ਹੈ ਤੇ 11 ਜਿਹੜੇ ਰੁਦਰ ਹਨ। ਬ੍ਰਿੰਦ ਅਪਸਰਾ ਨਾਚਤ ਹਸ ਹਸ। ਉਹ ਜਿਹੜੀਆਂ ਪਸ਼ਰਾਂ ਹੈ ਹੱਸ ਹੱਸ ਕੇ ਨੱਚਦੀਆਂ ਟੱਪਦੀਆਂ ਨੇ ਖੁਸ਼ੀ ਵਿੱਚ। ਵਿਦਿਆ ਧਰ ਕਿੰਨਰ ਚੱਲ ਆਏ। ਇਹ ਦੇਵਤਿਆਂ ਦੀਆਂ ਕਿਸਮਾਂ ਹੈ। ਕਿਸ ਨੂੰ ਕਿੰਨਰ ਦੇਵਤੇ ਕਹਿੰਦੇ, ਕਿਸ ਨੂੰ ਵਿਦਿਆ ਧਰ ਕਹਿੰਦੇ ਹਨ। ਇਸ ਤਰ੍ਹਾਂ ਕਿਸੇ ਨੂੰ ਪ੍ਰੋਗਮ ਕਹਿੰਦੇ ਹਨ। ਜਿਹੜੇ ਅੱਗੇ ਅੱਗੇ ਸਾਰਿਆਂ ਤੋਂ ਚੱਲਣ ਉਹਨਾਂ ਨੂੰ ਪ੍ਰੋਗਮ ਦੇਵਤੇ।
ਤੇ ਇਸੇ ਤਰ੍ਹਾਂ ਵਿਦਿਆ ਤਾਂ ਇੱਕ ਇਹਨਾਂ ਦੇਵਤਿਆਂ ਦੀ ਜਾਤੀ ਹੈ, ਵਿਸ਼ੇਸ਼ ਕਰਕੇ ਉਹਨਾਂ ਦਾ ਥੋੜ੍ਹਾ ਜਿਹਾ ਜਿਹੜਾ ਕੋਈ ਸਰੀਰ ਦੀ ਬਣਤਰ ਵੀ ਹੁੰਦੀ ਉਹ ਵੀ ਵੱਖਰੀ ਜਿਹੀ ਹੁੰਦੀ ਹੈ। ਕਈਆਂ ਨੇ ਤਾਂ ਇਉਂ ਲਿਖਿਆ ਵੀ ਉਹਨਾਂ ਦਾ ਜਿਹੜਾ ਮੂੰਹ ਆ ਉਹ ਘੋੜੇ ਦਾ ਹੁੰਦਾ ਹੈ ਤੇ ਹੇਠਲਾ ਜਿਹੜਾ ਹਿੱਸਾ ਅੱਧਾ ਉਹ ਮਨੁੱਖ ਦਾ ਹੁੰਦਾ ਹੈ। ਕਈਆਂ ਦਾ ਖਿਆਲ ਹੈ ਨਹੀਂ, ਮੁੱਖ ਤਾਂ ਮਨੁੱਖ ਦਾ ਹੁੰਦਾ ਹੈ, ਹੇਠਲਾ ਹਿੱਸਾ ਘੋੜੇ ਦਾ ਹੁੰਦਾ ਹੈ। ਇਉਂ ਖਿਆਲ ਹੈ ਵੀ ਇਹ ਵਿਦਿਆ ਧਰ ਜਿਹੜੇ ਦੇਵਤੇ ਹੈ ਨਾ ਉਹਨਾਂ ਦਾ ਇਹੋ ਜਿਹਾ ਸਰੀਰ ਹੈ। ਉਹ ਵੀ ਆਏ ਹਨ ਤੇ ਕਿੰਨਰ, ਇਹ ਜਿਹੜੇ ਕੋਈ ਦੇਵਤਿਆਂ ਦੇ ਗੰਧਰਵ ਰਾਗੀ ਹਨ ਉਹਨਾਂ ਦੇ ਅੱਗੇ ਜਿਹੜੇ ਕੋਈ ਸਾਜ਼ ਵਜਾਉਂਦੇ ਹਨ ਉਹ ਤਾਂ ਰਾਗੀ ਤਾਂ ਕੀਰਤਨ ਕਰਦੇ, ਸਾਜ਼ ਵਜਾਉਣ ਵਾਲੇ ਵੱਖਰੇ ਹੁੰਦੇ ਆ ਜਿਨ੍ਹਾਂ ਨੂੰ ਬਜੰਤਰੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਸਾਜ਼ਾਂ ਨੂੰ ਵਜਾਉਣ ਵਾਲੇ ਬਜੰਤਰੀ ਕਿੰਨਰ ਦੇਵਤੇ ਵੀ ਆ ਗਏ ਹਨ। ਗੋਰਖ ਆਦ ਸਿੱਧ ਸਮੁਦਾਏ, ਗੋਰਖ ਆਦ ਤੋਂ ਲੈ ਕੇ ਜਿਹੜੇ 84 ਸਿੱਧ ਹੈ ਉਹ ਬਹੁ ਗਿਣਤੀ ਵਿੱਚ ਆ ਪਹੁੰਚੇ ਹਨ। ਕਰਤ ਮੰਗਲਾਚਾਰ ਬਿਲੰਦੈ, ਸਾਰੇ ਕਹਿੰਦੇ ਆਕਾਸ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਗਮਨ ਕਰਨ ਕਰਕੇ ਬੜਾ ਮੰਗਲਾਚਾਰ ਕਰਦੇ ਖੁਸ਼ੀਆਂ ਮਨਾ ਰਹੇ ਹਨ। ਗੁਰ ਪਰਲੋਕ ਹੋਇ ਮਿਲਤ ਆਨੰਦੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਣ ਆਪਣੇ ਲੋਕ ਨੂੰ ਪਰ ਵਿਸ਼ੇਸ਼ ਕਰਕੇ ਜਾਣਾ ਹੈ, ਪਰਲੋਕ ਗਮਨ ਹੋਣਾ ਹੈ। ਉਹ ਆਪੋ ਵਿੱਚ ਹੀ ਆਨੰਦ ਕਰਕੇ ਮਿਲ ਰਹੇ, ਇਕੱਠਿਆਂ ਹੋ ਰਹੇ ਹਨ। ਜੈ ਜੈਕਾਰ ਸਕਲ ਹੀ ਕਰਤੇ, ਜਿੰਨੇ ਸਿੱਧ ਹਨ, ਨਾਥ ਹਨ, ਦੇਵਤੇ ਹਨ, ਸਾਰੇ ਦੇ ਸਾਰੇ ਜੈ ਹੋਵੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੈ ਹੋਵੇ। ਉਹ ਉਚਾਰਨਾ ਕਰਦੇ ਹਨ। ਹਿਤ ਪੂਜਨ ਸਾਮਿਗਰੀ ਧਰਤੇ, ਜਿਹੜੀ ਪੂਜਾ ਕਰਨ ਵਾਸਤੇ ਸਮੱਗਰੀ ਹੈ ਉਹ ਲਿਆ ਕੇ ਰੱਖਦੇ ਹਨ, ਤਿਆਰ ਕਰ ਰਹੇ ਹਨ। ਇਤਨੇ ਮਹਿ ਇੱਕ ਮਹਾ ਬਿਮਾਨ, ਇੰਨੇ ਕੁ ਸਮੇਂ ਵਿੱਚ ਹੀ ਕਹਿੰਦੇ ਇੱਕ ਮਹਾਨ ਵੱਡਾ ਸਾਰਾ ਜਿਹੜਾ ਵਿਵਾਨ ਹੈ ਆਇਓ ਜਗਮਗ ਕਰਤ ਮਹਾਨ, ਬੜਾ ਭਾਰੀ ਜਗਮਗ ਕਰਦਾ, ਬੜਾ ਭਾਰੀ ਪ੍ਰਕਾਸ਼ ਕਰਦਾ, ਚਮਕਾਂ ਦਮਕਾ ਮਾਰਦਾ ਹੋਇਆ ਮਹਾਨ ਵਿਵਾਨ ਆਕਾਸ਼ ਵਿੱਚ ਆ ਗਿਆ ਹੈ। ਹੈ ਤਾਂ ਇਹ ਸਾਰੀਆਂ ਸੂਖਮ ਵਸਤੂਆਂ, ਪਰ ਕਵੀ ਜੀ ਨੇ ਸਾਨੂੰ ਸਮਝਾਉਣ ਵਾਸਤੇ ਸਾਰਿਆਂ ਨੂੰ ਸਥੂਲ ਰੂਪ ਵਿੱਚ, ਮੋਟੇ ਰੂਪ ਵਿੱਚ ਇੱਥੇ ਬਿਆਨ ਕਰ ਰਹੇ ਹੈ। ਮੁਕਤਾ ਕੀ ਝਾਲਰ ਲਰਕੰਤੀ, ਜਿਸ ਵਿਵਾਨ ਦੇ ਇਰਦ ਗਿਰਦ ਮੋਤੀਆਂ ਦੀਆਂ ਕਹਿੰਦੇ ਝਾਲਰਾਂ ਲਮਕ ਰਹੀਆਂ ਹਨ। ਮਨ ਗਣ ਜੋਤ ਅਧਿਕ ਚਮਕੰਤੀ, ਹੋਰ ਕਹਿੰਦੇ ਬੜੀਆਂ ਮਣੀਆਂ ਹਨ, ਉਹਨਾਂ ਦੀ ਜੋਤ ਜਿਹੜੀ ਰੋਸ਼ਨੀ ਹੈ ਚਾਂਦੀ ਬੜੀ ਚਮਕਦੀ ਜਮਤਦੀ ਹੈ। ਜਨ ਕੀਨ ਸੁਗੰਧ ਮਹਾਨੀ, ਉਹ ਭਗਵਾਨ ਦੇ ਇਰਦ ਗਿਰਦ ਕਹਿੰਦੇ ਬੜੀਆਂ ਸੁਗੰਧੀਆਂ ਸੀ ਚਨਕੀਏ ਛਿੜਕਣਾ ਕੀਤੀਆਂ ਹਨ ਦੇਵਤਿਆਂ ਨੇ। ਮੁਦਤ ਨਾਸਕਾ ਜਿਹ ਤ੍ਰਿਪਤਾਨੀ, ਜੇ ਸੁਗੰਧੀ ਨੂੰ ਲੈ ਕੇ ਜਿਹੜੀ ਨਾਸਕਾ ਹੈ, ਨੱਕ ਹੈ, ਨਾਸਕਾ ਪ੍ਰਸੰਨ ਹੋ ਰਹੀ ਹੈ ਤੇ ਤ੍ਰਿਪਤ ਹੋ ਰਹੀ ਹੈ। ਭਾਵ ਨੱਕ ਸੁਗੰਧੀ ਲੈ ਕੇ ਖੁਸ਼ੀ ਮਨਾ ਰਿਹਾ ਤੇ ਤ੍ਰਿਪਤ ਹੋ ਰਿਹਾ ਹੈ। ਉਤਲੀ ਚਮਰ ਚੁਲਾਵਹਿ ਖਰੀ, ਇਸੇ ਤਰ੍ਹਾਂ ਉਹ ਭਗਵਾਨ ਦੇ ਵਿੱਚ ਖੜੋਤੀਆਂ ਹੋਈਆਂ ਜਿਹੜੀਆਂ ਪੁਤਲੀਆਂ ਹਨ ਉਹ ਚੌਰ ਫੇਰ ਰਹੀਆਂ ਹਨ। ਦੀਪਕ ਗਣ ਮਨ ਦੀਪਤ ਖਰੀ, ਜਿਵੇਂ ਕਹਿੰਦੇ ਬਹੁਤ ਦੀਵੇ ਹੁੰਦੇ ਨੇ ਨਾ ਜਗਾਏ ਹੋਏ, ਉਹ ਬਹੁਤ ਜਿਹੜੀਆਂ ਮਣੀਆਂ ਹਨ ਬੜੀਆਂ ਚੰਗੀਆਂ, ਉਹ ਦੀਵੇ ਵਾਂਗ ਦੀਵਕੇ ਪ੍ਰਕਾਸ਼ ਦੀਆਂ ਹਨ, ਚਾਨਣ ਕਰਦੀਆਂ ਹਨ। ਵਿੱਚ ਮੰਦਰ ਸੁੰਦਰ ਦਰ ਕਰੇ, ਉਹ ਭਗਵਾਨ ਦੇ ਵਿੱਚ ਮਕਾਨ ਹੈ,
ਉਹਦੇ ਸੋਹਣੇ ਦਰਵਾਜ਼ੇ ਬਣਾਉਣਾ ਕੀਤੇ ਹੋਏ ਹਨ। ਤਿਸ ਮਹਿ ਰਚੇ ਸਥੰਡਲ ਤੇ ਖਰੇ ਉਸੇ ਭਗਵਾਨ ਦੇ ਵਿੱਚ ਜਿਹੜਾ ਮਕਾਨ ਹੈ ਉਹਦੇ ਇਰਦ ਗਿਰਦ ਕਹਿੰਦੇ ਸੋਹਣੇ ਜਿਹੜੇ ਥੜੇ ਹੈ ਬੜੇ ਚੰਗੇ ਔਰ ਬਣਾਉਣਾ ਕੀਤੇ ਰਚੇ ਹੋਏ ਹਨ। ਕੰਚਨ ਚਿਤਰਤ ਹੀਰਨ ਸੰਗ ਸੋਨੇ ਦੀ ਚਿੱਤਰਕਾਰੀ ਕੀਤੀ ਹੈ ਤੇ ਹੀਰਿਆਂ ਦੇ ਨਾਲ ਉਹ ਜਗਤ ਹੈ। ਚਮਕਹਿ ਚਾਰੂ ਕਲਸ ਉਤੰਗ ਭਗਵਾਨ ਦੇ ਉੱਪਰ ਕਹਿੰਦੇ ਚਾ ਸੋਹਣੇ ਰੰਗ ਦਾ ਜਿਹੜਾ ਕਲਸ ਹੈ ਉੱਚਾ ਉਹ ਬੜਾ ਸੋਹਣਾ ਹੈ। ਲਗ ਲਗ ਹੈ ਪਤਾਕਾ ਊਚੇ ਤੇ ਉਸ ਭਗਵਾਨ ਦੇ ਕਹਿੰਦੇ ਛੋਟੀਆਂ ਛੋਟੀਆਂ ਹੋਰ ਵੀ ਝੰਡੀਆਂ ਜੀਆਂ ਹਨ ਨਿਸ਼ਾਨ ਸਾਹਿਬ ਹਨ। ਜਿਤ ਚਾਹਤ ਤਿਤ ਜਾਏ ਪਹੁੰਚੇ ਫਿਰ ਉਹ ਭਗਵਾਨ ਵਿੱਚ ਤਾਕਤ ਹੈ ਨਹੀਂ ਵੀ ਜਿੱਥੇ ਕੋਈ ਜਾਣਾ ਚਾਹੇ ਉੱਥੇ ਉਹ ਪਹੁੰਚ ਕਰ ਸਕਦਾ ਹੈ। ਬੇਗਵੰਤ ਬਹੁ ਰਹਿਓ ਪ੍ਰਕਾਸ਼ ਬੜਾ ਕਹਿੰਦੇ ਵੇਗ ਵਾਲਾ ਤੇਜ ਚੱਲਣ ਵਾਲਾ ਹੈ ਤੇ ਉਹ ਐਸਾ ਭਗਵਾਨ ਬੜਾ ਪ੍ਰਕਾਸ਼ ਕਰ ਰਿਹਾ ਹੈ। ਬ੍ਰਹਮਾਦਿਕ ਸੁਰ ਜਹ ਚੌਹ ਪਾਸ ਜਿਸ ਭਗਵਾਨ ਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਜਿੰਨੇ ਦੇਵਤੇ ਉਹ ਚਾਰੇ ਪਾਸੇ ਖਲੋਤੇ ਹਨ। ਤਿਸ ਪਰ ਸਤਿਗੁਰ ਭਏ ਆਰੋਹਨ ਐਸਾ ਜਿਹੜਾ ਮਹਾਨ ਭਗਵਾਨ ਉਹਦੇ ਉੱਪਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਵਾਰ ਹੋ ਕੇ ਚੜ ਬੈਠੇ। ਸ਼ੋਭਾ ਆਦਿਕ ਵਦੀ ਮਨ ਮੋਹਿਨ ਮਨ ਨੂੰ ਮੋਹ ਲੈਣ ਵਾਲੀ ਜਿਹੜੀ ਸ਼ੋਭਾ ਹੈ ਮਹਾਰਾਜ ਦੇ ਭਗਵਾਨ ਵਿੱਚ ਬੈਠਣ ਕਰਕੇ ਬਹੁਤ ਹੀ ਵੱਧ ਗਈ ਹੈ। ਸਿੰਘਾਸਨ ਇੱਕ ਹੁਤੋ ਦਸਾਇਓ ਉਸ ਭਗਵਾਨ ਦੇ ਵਿੱਚ ਇੱਕ ਸੋਹਣਾ ਜਿਹੜਾ ਸਿੰਘਾਸਨ ਹੈ ਕਹਿੰਦੇ ਡਾਇਆ ਹੋਇਆ ਸੀ ਭਾਵ ਵਿਛਾਇਆ ਹੋਇਆ ਸੀ। ਆਸ ਤਰਨ ਸੁੰਦਰ ਬਰ ਛਾਇਓ ਤੇ ਸੋਹਣੀ ਕਹਿੰਦੇ ਜ ਆਸਣ ਕੀ ਵਿਛਾਈ ਦੇ ਨਾਲ ਸ੍ਰੇਸ਼ਟ ਬੜਾ ਛਾਇਓ ਕੀਏ ਟਕਿਆ ਹੋਇਆ ਸੀ ਵਿਸ਼ ਸਿੰਘਾਸਨ ਹੈ। ਦੀਰਘ ਸੁੰਦਰ ਹੈ ਉਪਧਾਨ ਉਹ ਸਿੰਘਾਸਨ ਦੇ ਉੱਪਰ ਬੜੇ ਬੜੇ ਕਹਿੰਦੇ ਸੋਹਣੇ ਉਪਧਾਨ ਤਕੀਏ ਹਨ ਸਰਹਾਣੇ ਹਨ। ਤਿਸ ਪਰ ਜਾਏ ਤਿਸ ਬੈਠੇ ਤਿਸ ਪਰ ਜਾਏ ਸੁਜਾਨ ਜੋੜ ਸੁਜਾਨ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਜਿਹੜਾ ਐਸਾ ਸਿੰਘਾਸਨ ਉਹਦੇ ਉੱਪਰ ਜਾ ਬੈਠੇ ਹਨ। ਕਮਲਾਸਨ ਹੋਏ ਪੂਰਬ ਨੇਰੇ ਸਭ ਤੋਂ ਪਹਿਲਾਂ ਜਿਹੜਾ ਬ੍ਰਹਮ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇੜੇ ਨੂੰ ਹੋਇਆ ਜਾਨੀ ਭਗਵਾਨ ਦੇ ਨੇੜੇ ਜੇ ਹੋਇਆ ਹੈ। ਕੁਸ ਮਾਂਝੁਲ ਕੋ ਛੋਰ ਕਨੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ ਬੜੇ ਭਾਰੀ ਫੁੱਲਾਂ ਦੇ ਜਿਹੜੇ ਬੁੱਕ ਹੈ ਉਹਨਾਂ ਨੂੰ ਛੱਡ ਰਿਹਾ ਜਾਣੀ ਬਰਸਾ ਰਿਹਾ ਹੈ। ਕਲਪ ਬ੍ਰਿਸ਼ ਕੀ ਫੂਲਨ ਮਾਲਾ ਆ ਜਿਹੜਾ ਕਲਪ ਬ੍ਰਿਸ਼ ਹੈ ਉਹਦੇ ਫੁੱਲਾਂ ਦੀ ਮਾਲਾ ਬਣਾਈ ਹੋਈ ਹੈ। ਪਹਿਰਾਈ ਕਰ ਪ੍ਰੇਮ ਤੇ ਵਿਸਾਲਾ ਬ੍ਰਹਮਾ ਨੇ ਬੜਾ ਪ੍ਰੇਮ ਪਿਆਰ ਜਨਾਉਂਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਲ ਦੇ ਵਿੱਚ ਪਹਿਨਾ ਦਿੱਤੀ ਪਾ ਦਿੱਤੀ ਹੈ। ਇਮ ਚੰਦਨ ਚਰਚਿਓ ਚਹੁ ਓਰ ਇਸੇ ਤਰ੍ਹਾਂ ਜਿਹੜਾ ਖੁਸ਼ਬੂ ਵਾਲਾ ਚੰਦਨ ਉਹ ਚਾਰੇ ਤਰਫ ਹੀ ਛਿੜਕਿਆ ਹੈ। ਸੁਰਗਨ ਆਏ ਮਿਲੇ ਕਰ ਜੋਰ ਜਿੰਨੇ ਸਮੂਹ ਦੇਵਤੇ ਸਾਰੇ ਹੱਥ ਜੋੜ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਮਿਲੇ ਜੁਲੇ ਹਨ। ਗਾਵਤ ਨਾਚਤ ਬਿਬਦ ਬਧੂਟੀ ਆ ਦੇਵਤਿਆਂ ਦੀ ਜਿਹੜੀਆਂ ਬੋਟੀਆਂ ਹਨ ਤਰ੍ਹਾਂ ਤਰ੍ਹਾਂ ਨਾਲ ਨੱਚਦੀਆਂ ਹਨ ਤਰ੍ਹਾਂ ਤਰ੍ਹਾਂ ਦੇ ਖੁਸ਼ੀ ਦੇ ਗੀਤ ਗਾ ਰਹੀਆਂ ਹਨ। ਭਰ ਭਰ ਬਹੁ ਕੁਸ ਮਾਂਝੁਲ ਛੂਟੀ ਆ ਇਸ ਤਰ੍ਹਾਂ ਜਿਹੜੇ ਫੁੱਲਾਂ ਦੇ ਆਂਜਲ ਕੀਏ ਬੁੱਕ ਉਹਨਾਂ ਨੂੰ ਭਰ ਭਰ ਕੇ ਸਤਿਗੁਰੂ ਦੇ ਉੱਪਰ ਸੁੱਟ ਰਹੀਆਂ ਬਰਸਾ ਰਹੀਆਂ ਹਨ। ਦੀਪਕ ਬਾਰ ਥਾਰ ਮਹਿ ਧਰੇ ਜੋ ਦੇਵਤਿਆਂ ਦੀਆਂ ਬੋਟੀਆਂ ਨੇ ਦੀਵੇ ਜੇ ਬਾਲ ਬਾਲ ਕੇ ਥਾਲ ਵਿੱਚ ਰੱਖੇ ਹੋਏ ਬਾਰ ਬਾਰ ਦਿਖ ਰਾਵਨ ਕਰੇ ਉਹ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਬਾਹਰੋਂ ਬਾਹਰੋਂ ਦਿਖਾਉਣਾ ਕਰ ਰਹੀਆਂ ਹਨ। ਧੂਪ ਤੁਕਾਏ ਗੰਧ ਮਹਿਕਾਵੇ ਜਿਹੜੇ ਦੇਵਤੇ
ਆ ਤੂਫਾਨ ਤਕਾਉਂਦੇ ਆ ਸੁਗੰਧੀਆਂ ਮਹਿਕਾਉਂਦੇ ਅਡਾਉਂਦੇ ਹਨ। ਅਬ ਖੇਕਾ ਹੈ ਜੈ ਸ਼ਬਦ ਸੁਨਾਵੈ ਗੁਰੂ ਹਰਗੋਬਿੰਦ ਸਾਹਿਬ ਦਾ ਖੇਕਾ ਕੀਏ ਪੂਜਨ ਕਰਦੇ ਹਨ। ਜੈ ਹੋਵੇ ਮਹਾਰਾਜ ਆਪ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਫਤਿਹ ਹੋਇਓ ਆਵਾਜ਼ਾਂ ਸ਼ਬਦ ਸੁਣਾਉਂਦੇ ਐ। ਸ਼ੁਭ ਆਗਮਨ ਆਪ ਕੋ ਭਇਓ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਚੰਗਾ ਸਾਡੇ ਵਿੱਚ ਆਉਣਾ ਹੋਇਆ ਹੈ। ਜੀਵਨ ਕੋ ਆਨੰਦ ਉਪਜਿਓ ਆਪ ਜੀ ਨੇ ਮਹਾਰਾਜ ਕੇ ਸਾਨੂੰ ਦੇਵਤਿਆਂ ਨੂੰ ਬੜਾ ਆਨੰਦ ਪੈਦਾ ਕਰ ਦਿੱਤਾ ਬਖਸ਼ ਦਿੱਤਾ। ਜਗ ਮਹਿ ਕਾਰਨ ਕੀਨ ਕਨੇਰੇ ਆਪ ਜੀ ਨੇ ਮਹਾਰਾਜ ਸੰਸਾਰ ਦੇ ਵਿੱਚ ਅਵਤਾਰ ਧਾਰਨ ਕਰਕੇ ਬੜੇ ਪਰਪਕਾਰ ਦੇ ਕਾਰਨ ਕੀਤੇ ਹਨ। ਭਏ ਸਹਾਇਕ ਸੰਤਨ ਕੇਰੇ ਇੱਕ ਤਾਂ ਪਰਪਕਾਰ ਦਾ ਕਾਰਨ ਹੈ ਵੀ ਜਿਹੜੇ ਸਿਮਰਨ ਵਾਲੇ ਸੰਤ ਉਹਨਾਂ ਦੇ ਤੁਸੀਂ ਸਹਾਇਕ ਹੋਏ ਹੋ। ਤੁਰਕ ਤੇਜ ਰਾਣਕਾਰ ਧਮ ਨਾਇਓ ਦੂਜਾ ਜਿਹੜਾ ਮੁਸਲਿਆਂ ਦਾ ਰਾਜ ਭਾਗ ਦਾ ਤੇਜ ਪ੍ਰਭਾਵ ਵਧਿਆ ਹੋਇਆ ਸੀ ਚਲੋ ਕਰ ਰਹੇ ਸੀ ਉਹ ਤੁਰਕਾਂ ਦੇ ਤੇਜ ਨੂੰ ਮਹਾਰਾਜ ਜੰਗ ਯੁੱਧ ਕਰਕੇ ਦਬਾਇਆ ਹੈ। ਲੱਖਾਂ ਹੱਥਕਾਰ ਜਸ ਉਪਜਾਇਓ ਲੱਖਾਂ ਦੁਸ਼ਟਾਂ ਨੂੰ ਮਾਰ ਕੇ ਆਪ ਜੀ ਨੇ ਆਪਣਾ ਜਸ ਪੈਦਾ ਕੀਤਾ ਹੈ। ਓ ਪ੍ਰਭ ਰਾਵਰ ਕੀਰਤ ਪਾਵਨ हे ਪ੍ਰਭੂ ਜੀ ਪਰਮੇਸ਼ਰ ਗੁਰੂ ਜੀ ਆਪ ਜੀ ਦੀ ਜਿਹੜੀ ਕੀਰਤੀ ਹੈ ਵਡਿਆਈ ਹੈ ਬੜੀ ਪਾਵਨ ਪਵਿੱਤਰ ਹੈ। ਪਠ ਹੈ ਸੁਨ ਹੈ ਜੇ ਕਰ ਹੈ ਸੁਨਾਵਨ ਜਿਹੜੇ ਪੁਰਖ ਕਹਿੰਦੇ ਪੜ੍ਹਦੇ ਹਨ ਸੁਣਦੇ ਹਨ ਜਾਂ ਹੋਰਨਾਂ ਨੂੰ ਸੁਣਾਉਣਾ ਕਰਦੇ ਪੜ੍ਹ ਕੇ ਸੋ ਨਰ ਗੁਰ ਸਿੱਖੀ ਕੋ ਪਾਵੈ ਓਏ ਮਹਾਰਾਜ ਜਿਹੜੇ ਪੁਰਸ਼ ਹੈ ਗੁਰੂ ਨਾਨਕ ਦੀ ਸਿੱਖੀ ਨੂੰ ਪਾਉਂਦੇ ਹਨ। ਜਨਮ ਮਰਨ ਕੇ ਕਸ਼ਟ ਮਿਟਾਵੇ ਉਹ ਆਪਣੇ ਜਨਮ ਮਰਨ ਦੇ ਜਿਹੜੇ ਬੜੇ ਭਾਰੀ ਦੁੱਖ ਹੈ ਉਹਨਾਂ ਨੂੰ ਮਿਟਾ ਰਹੇ ਹਨ। ਸ੍ਰੀ ਹਰਗੋਬਿੰਦ ਦੇਖ ਅਸੇਖ ਤਾਂ ਜਦੋਂ ਦੇਵੀ ਦੇਵਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਰ ਸਲਾਘਾ ਕਰ ਰਹੇ ਆਪ ਜੀ ਨੇ ਸਾਰਿਆਂ ਵੱਲੋਂ ਦੇਖ ਕੇ ਮਿਰਦ ਬੋਲਤ ਦੇ ਧੀਰ ਵਿਸ਼ੇਖ ਬੜੇ ਕੋਮਲ ਬਚਨ ਬੋਲੇ ਆਪ ਜੀ ਤੇ ਸਾਰਿਆਂ ਨੂੰ ਵਿਸ਼ੇਸ਼ ਕਰਕੇ ਧੀਰ ਹੌਸਲਾ ਦਿੱਤਾ ਹੈ। ਸੁਨ ਸੁਨ ਆਨੰਦ ਸੁਰਨ ਕੇ ਗਨ ਕੋ ਹਾਂ ਮਹਾਰਾਜ ਦੇ ਕੋਮਲ ਬਚਨਾਂ ਨੂੰ ਸੁਣ ਕੇ ਸੂਹ ਦੇਵਤਿਆਂ ਨੂੰ ਬੜਾ ਆਨੰਦ ਹੋ ਰਿਹਾ ਹੈ। ਫਿਰ ਹੇਰ ਪ੍ਰੇਮ ਕਰ ਮਨ ਕੋ ਆਪੋ ਆਪਣੇ ਮਨਾਂ ਦਾ ਪ੍ਰੇਮ ਕਰਕੇ ਮੁੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੱਕਦੇ ਆ ਦਰਸ਼ਨ ਕਰਦੇ ਹਨ। ਸਗਨ ਅਦਕ ਘਨ ਲਾਲੀ ਸੰਗ ਬੜੀ ਸੰਗਣੀ ਕਹਿੰਦੇ ਕਨ ਬਹੁਤੀ ਕਹਿੰਦੇ ਲਾਲੀ ਦੇ ਸਮੇਤ ਵਿਖਤ ਸੰਗਤਾ ਅਚਰਜ ਰੰਗ ਜਿੰਨੀਆਂ ਕਹਿੰਦੇ ਸਮੂਹ ਸਿੱਖ ਸੰਗਤਾਂ ਚਰਜੀ ਰੰਗ ਕਹਿੰਦੇ ਲਾਲੀ ਵਾਲਾ ਬਹੁਤਾ ਸੰਘਣਾ ਗਾੜਾ ਦੇਖ ਰਹੀਆਂ ਆਕਾਸ਼ ਵਿੱਚ ਸਭ ਹਿੰਨ ਗਗਨ ਬਿਲੋਚਨ ਲਾਏ ਉਹ ਜਿਹੜਾ ਸੰਘਣਾ ਲਾਲ ਦਾ ਰੰਗ ਕਹਿੰਦੇ ਦਿਸ ਰਿਹਾ ਉਹਨੂੰ ਦੇਖਣ ਵਾਸਤੇ ਸਾਰੀਆਂ ਸੰਗਤਾਂ ਦੇ ਨੇਤਰ ਆਕਾਸ਼ ਵੱਲ ਨੂੰ ਲਾਏ ਨੇਤਰ ਆਕਾਸ਼ ਵੱਲ ਜੋੜੇ ਹਨ। ਕੌਤਕ ਹੈ ਹੋਤ ਸੁਰਨ ਸਮਦਾਏ ਹਾਂ ਇਹ ਵੀ ਵੇਖ ਰਿਹਾ ਵੀ ਸਮੂਹ ਦੇਵਤਿਆਂ ਵੱਲੋਂ ਖੁਸ਼ੀ ਦੇ ਵਿੱਚ ਬੜੇ ਤਰ੍ਹਾਂ ਦੇ ਤਮਾਸ਼ੇ ਹੋ ਰਹੇ ਹਨ। ਸ੍ਰੀ ਹਰਗੋਬਿੰਦ ਕੋ ਪ੍ਰਸਥਾਨਾ ਸਾਰਿਆਂ ਗੁਰਸਿੱਖਾਂ ਸੰਗਤਾਂ ਨੇ ਜਾਣ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸੱਚਖੰਡ ਕਵਨ ਕਰ ਰਹੇ ਹਨ। ਫੇਰਤ ਨਭ ਕੋ ਸਭ ਨਰ ਜਾਨਾ ਜਿੰਨੇ ਕਹਿੰਦੇ ਪੁਰਸ਼ ਹੈ ਉੱਥੇ ਸਾਰਿਆਂ ਨੇ ਆਕਾਸ਼ ਵੱਲੀ ਵੀ ਜੈ ਜੈਕਾਰ ਹੋ ਰਹੀ ਹੈ ਲਾਲੋ ਲਾਲ ਆਕਾਸ਼ ਹੋਇਆ ਪਿਆ ਸਾਰਿਆਂ ਨੇ ਜਾਣ ਲਿਆ ਗੁਰੂ ਹਰਗੋਬਿੰਦ ਸਾਹਿਬ ਹੁਣ ਵੀ ਸੱਚਖੰਡ ਵਿੱਚ ਜਾ ਰਹੇ ਹਨ। ਅਰਣ ਬਰਣ ਅਸਮਾਨ ਮਹਾਨਾ ਕਿਉਂਕਿ ਜਿੰਨਾ ਸਾਰਾ ਆਕਾਸ਼ ਹੈ ਬਹੁਤੇ ਲਾਲ ਰੰਗ ਦਾ ਹੀ ਹੋਇਆ ਪਿਆ ਹਰ ਪਾਸੇ ਤੋਂ ਭਇਓ ਬਿਮਾਨਨ ਤੇ ਪਹਿਚਾਨਾ ਕਿਉਂਕਿ ਜਿੰਨੇ ਦੇਵੀ ਦੇਵਤਿਆਂ ਦੇ ਭਗਵਾਨ ਆ ਗਏ ਉਹਨਾਂ ਕਰਕੇ ਕਹਿੰਦੇ ਸਾਰਾ ਆਸਮਾਨ ਲਾਲ ਰੰਗ ਜਿਵੇਂ ਹੁੰਦਾ ਹੋਇਆ ਪਿਆ ਹੈ।
ਹੈ। ਜੈ ਜੈ ਊਚੇ ਨਾਦ ਬਖਾਨਾ। ਆ ਜਿੰਨੇ ਦੇਵੀ ਦੇਵਤੇ ਉਹਨਾਂ ਨੇ ਵੀ ਇਧਰ ਗੁਰੂ ਕੀਆਂ ਸਿੱਖ ਸੰਗਤਾਂ ਨੇ ਜੈ ਹੋਵੇ ਗੁਰੂ ਮਹਾਰਾਜ ਆਪ ਜੀ ਦੀ ਜੈ ਹੋਵੇ ਉੱਚੀ ਦੇ ਕੇ ਆਵਾਜ਼ਾਂ ਕਿਹਾ ਹੈ, ਸ਼ਬਦ ਕਰਿਆ ਹੈ। ਸਿਮਰਹਿ ਸਤਿਨਾਮ ਸੁਖਵਾਨਾ। ਜੋ ਸੁਖ ਦੇਣ ਵਾਲਾ ਸਤਿਨਾਮ ਵਾਹਿਗੁਰੂ ਹੈ ਸਾਰੇ ਸਿਮਰਦੇ। ਪੁਨ ਊਰਦ ਕੋ ਚੱਲਿਓ ਬਿਮਾਨ। ਫਿਰ ਇਸੇ ਤਰ੍ਹਾਂ ਜਿਸ ਵਿਵਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਹਨ ਸਿੰਘਾਸਣ ਤੇ ਉੱਪਰ ਨੂੰ ਕਹਿੰਦੇ ਪਤਾ ਨੂੰ ਚੱਲ ਪਿਆ ਹੈ। ਦੇਵਨ ਉਤਸਵ ਕਰਤ ਸੁਜਾਨ। ਜਿੰਨੇ ਸਿਆਣੇ ਦੇਵਤੇ ਉਹ ਵਿਵਾਨ ਜਦੋਂ ਚੱਲਿਆ ਬੜਾ ਉਤਸ਼ਾਹ ਕਰ ਰਹੇ। ਚੱਲ ਹੈ ਚਮਰ ਚਾਰਹੁ ਦਿਸ਼ ਚਾਰੂ। ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਚਾਰੀ ਤਰਫੀ ਸੋਹਣੇ ਢੰਗ ਨਾਲ ਚੌਲ ਚੱਲ ਰਿਹਾ ਫਿਰ ਰਿਹਾ ਹੈ। ਅਨਕ ਪ੍ਰਕਾਰ ਉਚਿਤ ਮਹਿਕਾਰੂ। ਅਨਕ ਪ੍ਰਕਾਰ ਉਠਤ ਮਹਿਕਾਰੂ। ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਦੀਆਂ ਮਹਿਕਾਂ ਵੀ ਉੱਠ ਰਹੀਆਂ ਹਨ। ਨਾਚ ਅਪਸਰਾ ਗਾਨ ਸੁਣਾਵੇ। ਜਿਹੜੀਆਂ ਅਪਸਰਾ ਕਹਿੰਦੇ ਖੁਸ਼ੀ ਵਿੱਚ ਨੱਚ ਰਹੀਆਂ ਤੇ ਖੁਸ਼ੀ ਦੇ ਗੀਤ ਗਾ ਗਾ ਕੇ ਸੁਣਾ ਰਹੀਆਂ ਨੇ। ਪਰਵਾਰਤ ਸੁਰ ਸੰਗ ਸੁਧਾਵੇ। ਜਿੰਨੇ ਦੇਵੀ ਦੇਵਤੇ ਵਿਵਾਨ ਦੇ ਇਰਦ ਗਿਰਦ ਘੇਰਾ ਕੱਕ ਕੇ ਸਤਿਗੁਰੂ ਦੇ ਨਾਲ ਜਾ ਰਹੇ ਹਨ। ਮੰਗਲ ਕਰਤ ਆਦਿਕ ਕਮਲਾਸਨ। ਬ੍ਰਹਮਾ ਤੋਂ ਆਦ ਲੈ ਕੇ ਜਿੰਨੇ ਦੇਵਤੇ ਮੰਗਲਾਚਾਰ ਕਰਦੇ ਹਨ। ਵੰਦਤ ਕਮਨਤ ਤਰਹਿ ਉਪਾਸਨ। ਗੁਰੂ ਮਹਾਰਾਜ ਨੂੰ ਮੱਥੇ ਟੇਕਦੇ ਆ, ਨਾਲ ਚੱਲਦੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਭਗਤੀਆਂ, ਕੋਈ ਨੌਦਾ ਭਗਤੀ ਕਰ ਰਿਹਾ, ਕੋਈ ਇਸੇ ਤਰ੍ਹਾਂ ਮਾਨਸ ਪੂਜਾ ਕਰ ਰਿਹਾ ਹੈ। ਨਾ ਤਰ੍ਹਾਂ ਦੀ ਜਿਹੜੀ ਭਗਤੀ ਉਹ ਕਰ ਰਹੇ ਹਨ। ਸਨੇ ਸਨੇ ਊਰਦ ਚੱਲ ਜਾਹੀ। ਗੁਰੂ ਮਹਾਰਾਜ ਦਾ ਜਿਹੜਾ ਭਗਵਾਨ ਹੈ ਹੌਲੀ ਹੌਲੀ ਉੱਪਰ ਨੂੰ ਚਲਾ ਜਾ ਰਿਹਾ ਹੈ। ਰਹਿਸਤ ਬੋਲਤ ਆਨੰਦ ਉਪਾਹੀ। ਮਹਾਰਾਜ ਹੱਸ ਹੱਸ ਬੋਲਦੇ ਹਨ ਤੇ ਸਾਰਿਆਂ ਨੂੰ ਹੱਸ ਕੇ ਬੋਲਦੇ ਆਨੰਦ ਪੈਦਾ ਕਰ ਰਹੇ ਹਨ। ਸ਼ੰਖ ਮ੍ਰਿਦੰਗਨ ਕੀ ਧੁਨ ਸੰਗ। ਹਾਂ ਜਿਹੜੇ ਸ਼ੰਖ ਹਨ ਤੇ ਬੜੇ ਬੜੇ ਮਰਦਾਨਾ ਉਹਨਾਂ ਦੀ ਆਵਾਜ਼ ਦੇ ਨਾਲ ਗਮਨਤ ਕਰਤੇ ਚੜ੍ਹੈ ਉਤੰਗ। ਹੋਰੀ ਮਰਦਾਂਗਾ ਸ਼ੰਖਾਂ ਦੀ ਆਵਾਜ਼ ਇਸ ਤਰ੍ਹਾਂ ਕਹਿੰਦੇ ਵੀ ਚਲਦੇ ਹੋਏ ਤਾਂ ਨੂੰ ਚੜੀ ਜਾ ਰਹੇ ਹਨ। ਜੈ ਜੈ ਸ਼ਬਦ ਭਨ ਹੈ ਬਹੁ ਬਾਰੀ। ਜਿੰਨੇ ਦੇਵਤੇ ਹਨ ਜੈ ਹੋਵੇ ਗੁਰੂ ਮਹਾਰਾਜ ਜੀ ਦੀ ਫਤਿਹ ਹੋਵੇ ਬਹੁਤੇ ਵਾਰੀ ਸ਼ਬਦ ਕਹਿੰਦੇ ਹਨ। ਸਭ ਤੇ ਗੁਰ ਬਿਮਾਨ ਅਗਵਾਰੀ। ਸਾਰੇ ਦੇਵੀ ਦੇਵਤਿਆਂ ਨਾਲੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਭਗਵਾਨ ਉਹ ਅੱਗੇ ਚੱਲ ਰਿਹਾ ਹੈ। ਜਹ ਲਗ ਪਹੁੰਚਨ ਜਿਹ ਲਗ ਸ਼ਕਤ। ਜਿੱਥੋਂ ਤੱਕ ਕਿਸੇ ਦੇਵੀ ਦੇਵਤੇ ਦੀ ਪੁੱਜਣ ਦੀ ਜਾਣ ਦੀ ਦੇਵ ਸ਼ਕਤੀ ਹੈਗੀ ਹੈ, ਤਹ ਲੋ ਪਹੁੰਚ ਸਹਿਤ ਗੁਰ ਭਗਤ। ਉੱਥੋਂ ਤੱਕ ਉਹ ਪੁੱਜਦਾ ਹੈ ਗੁਰੂ ਮਹਾਰਾਜ ਦੀ ਭਗਤੀ ਭਾਵਨਾ ਸਹਿਤ ਜਨਾਉਂਦਾ ਹੋਇਆ। ਜਹ ਤੇ ਜਾਏ ਨ ਸਕ ਹੈ ਅਗਾਰੀ। ਜਿੱਥੋਂ ਕਿਸੇ ਦੇਵ ਤੋਂ ਅੱਗੇ ਕਹਿੰਦੇ ਤਾਕਤ ਨਾ ਹੋਣ ਕਰਕੇ ਅੱਗੇ ਨਹੀਂ ਜਾਇਆ ਸਕਦਾ ਜਾ ਸਕਦਾ ਹੈ। ਤਹ ਤੇ ਹਟ ਹਟ ਬੰਧਨ ਧਾਰੀ। ਉੱਥੇ ਹੀ ਕਹਿੰਦੇ ਅੱਗੇ ਹਟ ਕੇ ਪਿੱਛੇ ਨੂੰ ਨਮਸਕਾਰ ਕਰਦਾ ਹੈ, ਕਿਉਂਕਿ ਇਹਨਾਂ ਦੇਵੀ ਦੇਵਤਾ ਦੀਆਂ ਵੀ ਪੁਰੀਆਂ ਹਨ। ਜਿਵੇਂ ਦੇਸਾਂ ਪ੍ਰਦੇਸਾਂ ਦੀਆਂ ਹੱਦਾਂ ਜੀਆਂ ਹੁੰਦੀਆਂ, ਉਹ ਜਿੱਥੋਂ ਤੱਕ ਹੱਦ ਹੁੰਦੀ ਉੱਥੋਂ ਤੱਕ ਜਾਂਦੇ ਨਾ, ਉਦੋਂ ਅੱਗੇ ਫਿਰ ਉਹ ਆ ਜਾਂਦੇ ਆ ਵੀ ਉਹ ਕਹਿੰਦੇ ਵੀ ਇਹ ਤੇ ਨਹੀਂ ਆ ਸਕਦੇ। ਇਸ ਤਰ੍ਹਾਂ ਕਹਿੰਦੇ ਜਿੱਥੋਂ ਤੱਕ ਕਿਸੇ ਦੀ ਹੱਦ ਹੈਗੀ ਆ ਪੂਰੀ ਦੀ ਉੱਥੋਂ ਤੱਕ ਉਹ ਜਾਂਦੇ ਆ ਦੇਵੀ ਦੇਵਤੇ। ਅੱਗੇ ਉਹ ਕਹਿੰਦੇ ਫਿਰ ਮਹਾਰਾਜ ਨੂੰ ਨਮਸਕਾਰ ਕਰਕੇ ਵਾਪਸ ਮੁੜੇ ਆਉਂਦੇ ਹਨ। ਸਾਦਰ ਇਮ ਊਚੇ ਪਹੁੰਚਾਏ। ਗੁਰੂ ਮਹਾਰਾਜ ਜੀ ਨੂੰ ਬੜੇ ਸਤਿਕਾਰ ਨਾਲ ਉੱਪਰ ਉੱਚੇ ਥਾਂ ਨੂੰ ਪਹੁੰਚਾਇਆ ਹੈ। ਹਟ ਨ ਲੱਗੇ ਪੁੰਨ ਸੁਰ ਸਮੁਦਾਏ। ਨੇ ਦੇਵਤੇ ਸਾਨੂੰ ਆਪੋ ਆਪਣੀ ਪੁਰੀਆਂ ਤੋਂ ਅੱਗੇ ਨਹੀਂ ਜਾ ਸਕਦੇ। ਬਾਰੀ ਬਾਰੀ ਕਹਿੰਦੇ ਆਪੋ ਆਪਣੀਆਂ ਪੁਰੀਆਂ ਤੱਕ ਜਾ ਕੇ ਮੁੜਨ ਲੱਗੇ ਹਨ। ਤੇਜ
ਵਿਸਾਲ ਦਿਪਹਿ ਗੁਰ ਕੇਰਾ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜਾ ਤੇਜ ਪ੍ਰਤਾਪ ਜਿਹੜਾ ਪ੍ਰਕਾਸ਼ ਰਿਹਾ ਹੈ। ਗਮਨਤ ਜਾਤ ਬਿਮਾਨ ਅਗੇਰਾ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਵਿਮਾਨ ਅੱਗੇ ਨੂੰ ਕਹਿੰਦੇ ਚੱਲਦਾ ਜਾ ਰਿਹਾ ਹੈ। ਤਪ ਜਨ ਆਦ ਲੋਕ ਕੋ ਛੋਰ। ਕਿਉਂ ਰਸਤੇ ਵਿੱਚ ਲੋਕ ਆਉਂਦੇ, ਕਿਸੇ ਨੂੰ ਤਪ ਲੋਕ ਕਹਿੰਦੇ, ਕਿਸੇ ਨੂੰ ਜਨ ਲੋਕ ਕਹਿੰਦੇ, ਕਿਸੇ ਨੂੰ ਕੋ ਲੋਕ ਕਹਿੰਦੇ ਹਨ। ਕਿਉਂ ਕਹਿੰਦੇ ਜਿਹੜੇ ਜਿੰਨੇ ਵੀ ਇਹ ਲੋਕ ਹਨ, ਜਾਤ ਬੇਗਤ ਊਰਦ ਔਰ। ਇਹ ਸਾਰੇ ਤਪ ਲੋਕ, ਜਨ ਲੋਕ, ਗੁਰ ਲੋਕ ਆ ਲੋਕਾਂ ਨੂੰ ਛੱਡ ਕੇ ਬੜੀ ਤੇਜ਼ੀ ਨਾਲ ਕਹਿੰਦੇ ਉੱਪਰ ਨੂੰ, ਉੱਪਰ ਦੀ ਤਰਫ ਨੂੰ ਜਾ ਰਿਹਾ ਵਿਵਾਨ। ਬ੍ਰਹਮ ਲੋਕ ਲੋ ਬ੍ਰਹਮਾ ਸੰਗ। ਜਿਹੜਾ ਬ੍ਰਹਮ ਲੋਕ ਹੈ ਉਹਦੇ ਤੱਕ ਤਾਂ ਬ੍ਰਹਮਾ ਗੁਰੂ ਮਹਾਰਾਜ ਦੇ ਵਿਵਾਨ ਨਾਲ ਗਿਆ ਹੈ। ਪੁਨ ਤਹਿਤੇ ਪ੍ਰਸਥਾਨ ਉਤੰਗ। ਫਿਰ ਉਹ ਬ੍ਰਹਮ ਲੋਕ ਤੋਂ ਵੀ ਕਹਿੰਦੇ ਅੱਗੇ ਉੱਪਰ ਨੂੰ ਉੱਚੇ ਥਾਂ ਨੂੰ ਚੱਲਿਆ ਵਿਵਾਨ। ਜਾਏ ਬੈਕੁੰਠ ਮਝਾਰ ਪ੍ਰਵੇਸ਼ੇ। ਜਿੱਥੇ ਕਹਿੰਦੇ ਜਾ ਕੇ ਦਵੈਤ ਰੁਕ ਜਾਂਦੀ ਹੈ ਉਹ ਸੱਚਖੰਡ ਹੈ। ਉਹਨੂੰ ਬਕੁੰਠ ਕਹਿ ਦਿੰਦੇ, ਸੱਚਖੰਡ ਵੀ ਕਹਿੰਦੇ ਹੋ। ਸੱਚਖੰਡ ਜਾ ਪਹੁੰਚੇ ਹਨ। ਨਿਜ ਨਿਜ ਪੁਰਸੁਰ ਪਹੁੰਚ ਅਸ਼ੇਸ਼ੇ। ਜਿੰਨੇ ਸਾਰੇ ਦੇਵੀ ਦੇਵਤੇ ਆਪੋ ਆਪਣੀ ਪੁਰੀਆਂ ਨੂੰ ਕਹਿੰਦੇ ਵਾਪਸ ਆ ਪਹੁੰਚੇ, ਆ ਗਏ ਹਨ। ਇਸ ਪ੍ਰਕਾਰ ਸਤਿਗੁਰ ਨਿਜ ਥਾਨ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣਾ ਜਿਹੜਾ ਸਥਾਨ ਹੈ ਸੱਚਖੰਡ ਦਾ ਪਹੁੰਚੇ ਜੋਤ ਰੂਪ ਭਗਵਾਨ। ਜੋ ਪਰਮੇਸ਼ਰ ਦੀ ਜੋਤ ਸਰੂਪ ਜੋਤ ਰੂਪ ਨੂੰ ਜਾਪੋ ਜੀ ਸੱਚਖੰਡ ਵਿੱਚ। ਨਿਜ ਕੀਰਤ ਜਗ ਮਹਿ ਵਿਸਥਾਰ। ਗੁਰੂ ਹਰਗੋਬਿੰਦ ਸਾਹਿਬ ਨੇ ਸੰਸਾਰ ਦੇ ਵਿੱਚ ਆ ਕੇ ਆਪਣੀ ਕੀਰਤੀ ਨੂੰ ਫੈਲਾਇਆ ਹੈ। ਸਿੱਖੀ ਮਗ ਬਿਦਤਾਏ ਉਦਾਰ। ਜੋ ਗੁਰੂ ਨਾਨਕ ਸਾਹਿਬ ਦਾ ਸਿੱਖੀ ਪੰਥ ਹੈ ਉਹਨੂੰ ਬਹੁਤਾ ਪ੍ਰਗਟ ਕੀਤਾ, ਸਿੱਖੀ ਨੂੰ ਵਧਾਇਆ ਫੈਲਾਇਆ ਹੈ। ਦਾਸ ਅਨੇਕ ਉਦਾਹਰਨ ਕੀਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਨੇਕਾਂ ਦਾਸਾਂ ਦਾ ਉਧਾਰ ਕੀਤਾ ਹੈ। ਦੋਹ ਲੋਕਨ ਮਹਿ ਸਭ ਸੁਖ ਦੀਨੇ। ਤੇ ਆਪਣੇ ਦਾਸਾਂ ਨੂੰ ਦੋਹਾਂ ਲੋਕਾਂ ਦੇ ਬੜੇ ਭਾਰੀ ਸੁਖ ਬਖਸ਼ੇ ਹਨ। ਸਰਬ ਵਿਆਪੀ ਸਤਿਗੁਰ ਪੂਰੇ। ਹਾਂ, ਪੂਰਨ ਸਤਿਗੁਰੂ ਸਾਰੇ ਥਾਵਾਂ ਵਿੱਚ ਵਿਆਪਕ ਹਨ, ਸਾਰੇ ਥਾਵਾਂ ਵਿੱਚ ਮਿਲੇ ਹੋਏ। ਜਿਨ ਕੋ ਜਾਹਰ ਜਗਤ ਜਹੂਰੇ। ਜਿਨ੍ਹਾਂ ਦਾ ਜਹੂਰੇ ਕੀ ਜਿਹੜਾ ਪ੍ਰਕਾਸ਼ ਹੈ ਸਾਰੇ ਸੰਸਾਰ ਦੇ ਵਿੱਚ ਜ਼ਾਹਰ ਕੀਏ, ਪ੍ਰਗਟ ਪ੍ਰਤੱਖ ਹੈ। ਸਿਮਰੇ ਹਾਜ਼ਰ ਹੋਏ ਹਜੂਰ। ਹੁਣ ਵੀ ਕਹਿੰਦੇ ਕੋਈ ਚੇਤੇ ਕਰੇ ਗੁਰੂ ਹਰਗੋਬਿੰਦ ਸਾਹਿਬ ਨੂੰ, ਉਹਦੇ ਹਾਜ਼ਰ ਹਜ਼ੂਰ ਹੋ ਜਾਂਦੇ ਹਨ। ਚੌਹ ਚੱਕ ਮਹਿ ਸਿੱਖ ਇੱਛਾ ਪੂਰ। ਚਾਰੇ ਚੱਕਾਂ ਦੀਆਂ, ਚਾਰੇ ਤਰਫਾਂ ਦੀਆਂ ਸਿੱਖਾਂ ਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਵੀ ਜਿਹੜੀਆਂ ਖਾਸ਼ਾਂ ਪੂਰੀਆਂ ਕਰਦੇ ਹਨ। ਸਦਾ ਭਵਿੱਖਿਅਤ ਮਹਿ ਤਿਮ ਰੀਤ। ਆਉਣ ਵਾਲੇ ਸਮੇਂ ਵਿੱਚ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਹਿੰਦੇ ਇਹੀ ਰੀਤੀ ਰਹੇਗੀ। ਜਿਹੜੇ ਕੋਈ ਚੇਤੇ ਕਰਨਗੇ ਉਹਨਾਂ ਨੂੰ ਸਹਾਇਤਾ ਕਰਨਗੇ, ਉਹਨਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨਗੇ। ਬਹੁਤ ਬਿਦਤ ਦੇਖੈ ਚਿਤ ਪ੍ਰੀਤ। ਜਿਹੜੇ ਚਿਤ ਦੀ ਪ੍ਰੀਤੀ ਵਾਲੇ ਹੋਣਗੇ ਉਹਨਾਂ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੋਣਗੇ, ਫਿਰ ਉਹ ਦੇਖਣਗੇ ਦਰਸ਼ਨ। ਮਨਸਾ ਪੂਰ ਹੈ ਦਾਸਨ ਕੇਰੀ। ਉਹਨਾਂ ਦਾਸਾਂ ਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਦੇ ਕੇ ਜਿੰਨੀਆਂ ਖਾਸ਼ਾਂ ਉਹ ਪੂਰੀਆਂ ਕਰਨਗੇ ਆਉਣ ਵਾਲੇ ਸਮੇਂ ਵਿੱਚ ਵੀ। ਸਿੱਖਨ ਕਰਹਿ ਸਹਾਇ ਵਡੇਰੀ। ਹਾਂ, ਜਿਹੜੇ ਗੁਰੂ ਕੇ ਸਿੱਖ ਹੈ ਉਹਨਾਂ ਦੀ ਬੜੀ ਭਾਰੀ ਕਹਿੰਦੇ ਸਹਾਇਤਾ ਮਦਦ ਕਰਨਗੇ ਆਉਣ ਵਾਲੇ ਸਮੇਂ ਵਿੱਚ ਵੀ। ਆਪ ਸੁਣੀਏ ਹੈ ਗੁਰ ਪਾਛਲ ਗਾਥਾ। ਕਵੀ ਜੀ ਕਹਿੰਦੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਗਮਨ ਤੋਂ ਬਾਅਦ ਜਿਹੜੀ ਕਥਾ ਹੈ ਨਾ ਉਹ ਵੀ ਸੁਣ ਲਈਏ। ਸਰੋਤਾ ਹੋ ਸੁਚੇਤੀ ਸਾਥਾ। ਇਹ ਵੀ ਸਰੋਤਿਓ ਸਾਵਧਾਨ ਦੇ ਸਹਿਤ ਤੁਸੀਂ ਹੋ ਜਾਓ। ਸਪਤ ਦਿਵਸ ਲੋ ਨਿਕਟ ਨ ਆਵਹੁ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਮਕਾਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕਿਹਾ ਸੀ ਇਹਦੇ ਮਕਾਨ ਦੇ ਤੁਸੀਂ 7 ਦਿਨ ਤੱਕ ਨੇੜੇ ਨਹੀਂ ਆਉਣਾ ਹੈ। ਕੋਸਠ ਦਵਾਰਨ ਹਾਥ ਲਗਾਵਹੁ।
ਕੋਸਠ ਦਵਾਰ ਨਾ ਹਾਥ ਲਗਾਵਹੁ। ਇਹ ਜਿਹੜਾ ਕੋਠੇ ਦਾ ਦਰਵਾਜ਼ਾ ਹੈ, ਤਖਤ ਹੈ, ਇਹਨੂੰ ਤੁਸੀਂ ਹੱਥ ਨਹੀਂ ਲਾਉਣਾ, ਖੋਲਣ ਵਾਸਤੇ ਯਤਨ ਨਹੀਂ ਕਰਨਾ ਹੈ। ਇਮ ਕਹਿ ਸਤਿਗੁਰ ਅੰਤਰ ਬਰੇ। ਇਸ ਤਰ੍ਹਾਂ ਦਾ ਬਚਨ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਕਾਨ ਦੇ ਵਿੱਚ ਅੰਦਰ ਵੜ ਗਏ ਸਨ। ਆਵਹੁ ਪਾਸਨ ਵਰਜਨ ਕਰੇ। ਉਹ ਸਾਰਿਆਂ ਨੂੰ ਰੋਕ ਦਿੱਤਾ ਸੀ ਵੀ ਇਹ ਮਕਾਨ ਦੇ ਦਰਵਾਜ਼ੇ ਦੇ ਨੇੜੇ ਨਹੀਂ ਕਿਸੇ ਦੇ ਆਉਣਾ ਹੈ। ਸਕਲ ਕੁਟੰਬ ਸਹਿਤ ਸਭ ਸੰਗਤ। ਜਿੰਨਾ ਪਰਿਵਾਰ ਹੈ, ਜਿੰਨੀਆਂ ਸਮੂਹ ਸਿੱਖ ਸੰਗਤਾਂ ਹਨ, ਬੈਠਹਿ ਦੂਰ ਦੂਰ ਕਰ ਪੰਗਤ। ਮਹਾਰਾਜ ਨੇ ਕਿਹਾ ਵੀ ਦੂਰ ਦੂਰ ਕਹਿੰਦੇ ਪੰਗਤ ਲਾ ਕੇ, ਕਤਾਰ ਲਾ ਕੇ ਸਭ ਨੇ ਬੈਠਣਾ ਹੈ। ਖਸਟ ਦਿਵਸ ਇਸ ਭਾਂਤ ਗੁਜ਼ਾਰੇ। ਜਿੰਨੇ ਗੁਰਸਿੱਖ ਸੰਗਤਾਂ ਹੈ, ਕਹਿੰਦੇ ਗੁਰੂ ਮਹਾਰਾਜ ਦੇ ਹੁਕਮ ਵਿੱਚ 6 ਦਿਨ ਇਸੇ ਤਰ੍ਹਾਂ ਵਿਚਾਰੇ ਦੂਰ ਦੂਰ ਬਹਿ ਕੇ। ਸਪਤਮ ਪ੍ਰਾਤੀ ਚਿੰਨ ਨਿਹਾਰੇ। ਜਦੋਂ 7ਵਾਂ ਦਿਨ ਚੜ੍ਹਨ ਲੱਗਿਆ, ਅੰਮ੍ਰਿਤ ਵੇਲੇ ਸਵੇਰੇ ਕਹਿੰਦੇ ਸਾਰੇ ਚਿੰਨ੍ਹ ਦੇਖੇ, ਸਾਰੀਆਂ ਨਿਸ਼ਾਨੀਆਂ ਦੇਖਣ ਲੱਗੇ। ਭਇਓ ਆਕਾਸ਼ ਅਰਣ ਬਹੁ ਵਰਣ। ਕਿਉਂਕਿ ਜਿੰਨਾ ਆਕਾਸ਼ ਸੀ ਸਾਰਾ ਕਹਿੰਦੇ ਬਹੁਤੇ ਲਾਲ ਹੀ ਲਾਲ ਰੰਗ ਦਾ ਹੋ ਗਿਆ ਹੈ ਸੀ। ਕੁਛ ਕ ਭਰੀ ਸਭ ਕੇ ਧੁਨ ਕਰਨ। ਕੁਝ ਕੁ ਜਿਹੜੀ ਸੰਖਾਂ ਦੀ, ਰਣਸਿੰਗਿਆਂ, ਮਰਦੰਗਾਂ ਦੀ ਜਿਹੜੀ ਆਵਾਜ਼ ਹੈ ਗੁਰਸਿੱਖ ਸੰਗਤਾਂ ਦੇ ਕੰਨਾਂ ਵਿੱਚ ਵੀ ਪੈ ਗਈ ਸੀ, ਸੁਣਨ ਲੱਗ ਪਈ ਸੀ। ਘਟਕਾ ਚਤਰ ਜਾਮਨੀ ਰਹੇ। ਹਾਂ, ਜਦੋਂ 4 ਘੜੀਆਂ ਰਾਤ ਬਾਕੀ ਰਹਿ ਗਈ ਸੀ, ਗੁਰ ਪ੍ਰਸਥਾਨ ਸਰਬ ਹੀ ਲਹੇ। ਸਾਰਿਆਂ ਨੇ ਜਾਣ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਸੱਚਖੰਡ ਨੂੰ ਜਾ ਰਹੇ ਹਨ। ਕਲਮ ਲਾਏ ਇਤ ਇਤ ਉਤ ਬਹੁ ਫਿਰੈ। ਕਈ ਗੁਰਸਿੱਖ ਤਾਂ ਕਾਲੇ ਪੈ ਗਏ ਐ, ਕਹਿੰਦੇ ਵੀ ਹੁਣ ਮਹਾਰਾਜ ਜਾ ਰਹੇ ਐ, ਤੇ ਇਸ ਕਰਕੇ ਹੁਣ ਆਪਾਂ ਇੱਥੇ ਬੈਠ ਕੇ ਜਾਣਾ। ਕਹਿੰਦੇ ਉਹ ਬੜਾ ਘਬਰਾਹਟ ਵਿੱਚ ਆ ਗਏ, ਹੱਥ ਨਹੀਂ ਬਣਾ ਰਹੇ। ਕੋਸਠ ਨਿਕਟ ਨ ਪਹੁੰਚਨ ਪਰੈ। ਔਰ ਕਹਿੰਦੇ ਜਿਹੜਾ ਮਹਾਰਾਜ ਦਾ ਮਕਾਨ ਆ ਉਹਦੇ ਨੇੜੇ ਨਹੀਂ ਪਹੁੰਚਣਾ ਪਾਉਂਦੇ ਹਨ। ਜੋਧਾ ਸਨਦ ਬਦ ਬਹੁ ਗਾਡੇ। ਉਹ ਕਾਰਨ ਕੀ ਹੈ ਵੀ ਜਿੰਨੇ ਸੂਰਬੀਰ ਹੈ ਤਕੜੇ ਕਹਿੰਦੇ ਤਿਆਰ ਪਰ ਤਿਆਰ ਖਲੋਤੇ, ਗੜਾਸੇ ਕਿਰਪਾਨਾਂ ਲੈ ਕੇ। ਵਰਜਹਿ ਸਭ ਕੋ ਚਾਹੁੰਦਿਸ਼ ਠਾਡੇ। 4 ਛਪੇਰੇ ਮਕਾਨ ਦੇ ਖੜੋਤੇ ਹੋਏ ਜਿਹੜੇ ਸਿੱਖ ਸੇਵਕ ਆਉਂਦੇ ਉਹਨਾਂ ਨੂੰ ਰੋਕਦੇ ਹਨ। ਸਵਾ ਜਾਮ ਦਿਨ ਚੜ੍ਹਵੇ ਤੁਮੈ। ਉਹ ਪਹਿਰੇਦਾਰ ਕਹਿੰਦੇ ਆ ਵੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਵੀ ਜਦੋਂ 7ਵੇਂ ਦਿਨ ਦਾ ਸਵਾ ਪਹਿਰ ਦਿਨ ਚੜ ਜਾਵੇਗਾ, ਹੁਕਮ ਗੁਰੂ ਕੋ ਤਬ ਢਿਗ ਨਿਮੈ। ਉਦੋਂ ਗੁਰੂ ਕਾ ਹੁਕਮ ਹੈ, ਉਦੋਂ ਤੁਸੀਂ ਨੇੜੇ ਆ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਲੈਣੀ, ਝੁਕ ਜਾਣਾ, ਮੱਥਾ ਟੇਕ ਲੈਣਾ। ਸ੍ਰੀ ਹਰਿ ਰਾਏ ਪ੍ਰਥਮ ਨੇ ਢਿਗ ਉਹ ਵੀ ਜਾਏ। ਕਹਿੰਦੇ ਸਭ ਤੋਂ ਪਹਿਲਾਂ ਹਰਿਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਵਣਗੇ। ਨਿਜ ਘਰ ਦਵਾਰ ਕੇ ਵਾਰ ਖੁਲਾਏ। ਇਹ ਹਰਿਰਾਏ ਸਾਹਿਬ ਜੀ ਆਪਣੇ ਹੱਥਾਂ ਨਾਲ ਦਰਵਾਜ਼ੇ ਦੇ ਤਖਤੇ ਖੋਲਣਗੇ। ਜਿਸ ਪਾਛੈ ਦਰਸਹਿ ਸਭ ਕੋਏ। ਐ ਸੰਗਤ ਜੀ ਗੁਰੂ ਹਰਿਰਾਏ ਸਾਹਿਬ ਜੀ ਤੋਂ ਬਾਅਦ ਫਿਰ ਸਾਰੀਆਂ ਸਿੱਖ ਸੰਗਤਾਂ ਦਰਸ਼ਨ ਕਰਨਗੀਆਂ। ਅਪਰ ਕਾਮਨਾ ਪੂਰਨ ਹੋਏ। ਹੋਰ ਜਿਹੜੀਆਂ ਤੁਹਾਡੀਆਂ ਮਨ ਦੀਆਂ ਕਾਮਨਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਪੂਰੀਆਂ ਹੋ ਜਾਣਗੀਆਂ। ਇਮ ਸਭ ਮਹਿ ਵਿਦਤਾਏ ਬਿਰਤਾਂਤ। ਉਹ ਜਿਹੜੇ ਸਿੱਖ ਸੂਰਬੀਰ ਆ ਉਹਨਾਂ ਨੇ ਸਾਰਿਆਂ ਵਿੱਚ ਜਿਹੜਾ ਗੁਰੂ ਮਹਾਰਾਜ ਦਾ ਪ੍ਰਸੰਗ ਪ੍ਰਗਟ ਕਰ ਦਿੱਤਾ ਵੀ ਸਵਾ ਪਹਿਰ ਦਿਨ ਚੜ੍ਹੇ ਤੱਕ ਕਿਸੇ ਨੇ ਨੇੜੇ ਨਹੀਂ ਆਉਣਾ ਇੱਥੇ। ਮਿਲ ਕਰ ਬੈਠ ਕਰ ਹੈ ਬਖਿਆਤ। ਇਸ ਕਰਕੇ ਗੁਰਸਿੱਖ ਆਪੋ ਵਿੱਚ ਹੀ ਮਿਲ ਜੁੜ ਕੇ ਪ੍ਰਗਟੀ ਗੱਲਾਂ ਕਰ ਰਹੇ ਆ ਵੀ ਹੁਣ ਸਵਾ ਪਹਿਰ ਦਿਨ ਚੜ੍ਹੇਗਾ, ਫਿਰ ਗੁਰੂ ਹਰਿਰਾਏ ਸਾਹਿਬ ਜੀ ਜਾ ਕੇ ਦਰਵਾਜ਼ਾ ਖੋਲਣਗੇ, ਫਿਰ ਵੀ ਆਪਾਂ ਦਰਸ਼ਨ ਕਰਾਂਗੇ। ਸਵਾ ਪਹਿਰ ਦਿਨ ਜਬ ਚੜ ਆਇਓ। ਔਡੀ ਕਰਦਿਆਂ ਜਦੋਂ ਸਵਾ ਕੁ ਪਹਿਰ ਦਿਨ ਚੜ ਆਇਆ ਹੈ, ਸ੍ਰੀ ਹਰਿ ਰਾਏ ਹਿਰਦੈ ਲਖ ਪਾਇਓ। ਉਹ ਸਵੇਰੇ ਸ੍ਰੀ ਹਰਿਰਾਏ ਸਾਹਿਬ ਜੀ ਨੇ ਆਪਣੇ ਹਿਰਦੇ ਵਿੱਚ ਜਾਣ ਪਾਇਆ ਹੈ। ਦੋਹਰਾ ਸਾਹਿਬ ਭਾਨਾ ਜੋਧ ਪੁਨ। ਇਧਰ ਭਾਈ ਭਾਨਾ ਜੀ ਪੁਨਾ ਕਾਂਗਣ ਵਾਸੀ ਜਿਹੜਾ ਜੋਧ ਰਾਏ
ਪਾਏ ਹੈ। ਸੂਰਜ ਮਲ ਸੁਜਾਨ ਇਹ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਸਾਹਿਬਜ਼ਾਦਾ ਸੂਰਜ ਮੱਲ ਹੈ, ਬੜਾ ਸਗੜ ਸਿਆਣ ਸਿਆਣਾ। ਭਾਈ ਰੂਪਾ ਆਦ ਸਿੱਖ ਭਾਈ ਰੂਪ ਚੰਦ ਤੋਂ ਆਦ ਲੈ ਕੇ ਜਿਹੜੇ ਮੁਖੀ ਮੁਖੀ ਗੁਰਸਿੱਖ ਹਨ, ਆਨ ਮਸੰਦ ਮਹਾਨ ਹੋਰ ਜਿਹੜੇ ਬਹੁਤ ਮਸੰਦ ਆ ਉੱਥੇ ਵੀ ਆ ਗਏ ਹਨ। ਚੌਪਈ ਥਿਰ ਸਮੀਪ ਸ੍ਰੀ ਤੇਗ ਬਹਾਦਰ ਉਹਨਾਂ ਗੁਰਸਿੱਖਾਂ ਦੇ ਨੇੜੇ ਹੀ ਸ੍ਰੀ ਤੇਗ ਬਹਾਦਰ ਸਾਹਿਬ ਜੀ ਵੀ ਟਿਕੇ ਹੋਏ ਹੈ। ਸ੍ਰੀ ਹਰਿ ਰਾਏ ਸਭਨ ਮਹਿ ਸਾਦਰ ਸ੍ਰੀ ਹਰਿਰਾਏ ਸਾਹਿਬ ਜੀ ਸਾਰਿਆਂ ਦੇ ਵਿੱਚ ਹੀ ਸਤਿਕਾਰ ਨਾਲ ਸਜ ਰਹੇ ਹਨ। ਕਹਿਓ ਉਠੋ ਆਪ ਖੋਲੋ ਦੁਆਰਾ ਇਹ ਸਾਰਿਆਂ ਨੇ ਭਾਈ ਪਾਨਾ ਜੋਧ ਰਾਏ ਰੂਪ ਚੰਦ ਨੇ ਹਰਿਰਾਏ ਸਾਹਿਬ ਮਹਾਰਾਜ ਨੂੰ ਕਿਹਾ, ਮਹਾਰਾਜ ਸਵਾ ਪਹਿਰ ਦਿਨ ਚੜ ਗਿਆ, ਆਪ ਉੱਠ ਕੇ ਹੁਣ ਦਰਵਾਜ਼ੇ ਦੇ ਤਖਤੇ ਖੋਲੋ ਜੀ। ਜਿਮ ਸ੍ਰੀ ਹਰਿ ਗੋਬਿੰਦ ਉਚਾਰਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ, ਉਹ ਸਮਾਂ ਤਾਂ ਹੁਣ ਹੋ ਗਿਆ ਪੂਰਾ। ਸਵਾ ਜਾਮ ਆਪ ਸਪਤਮ ਦਿਨ ਕੋ ਕਿ ਹਰਿਰਾਏ ਸਾਹਿਬ ਜੀ ਹੁਣ ਸੱਤਵੇਂ ਦਿਨ ਦਾ ਸਵਾ ਪਹਿਰ ਦਿਨ ਚੜ੍ਹਿਆ ਹੈ। ਕਰਹੁ ਸੰਭਾਰਨ ਗੁਰੂ ਬਚਨ ਕੋ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ, ਉਹਨਾਂ ਨੂੰ ਆਪ ਜੀ ਚੇਤੇ ਕਰ ਲਓ। ਚਤੁਰ ਘਟੀ ਕੋ ਅੰਮ੍ਰਿਤ ਵੇਲੇ ਬਾਕੀ ਹਰਿਰਾਏ ਸਾਹਿਬ ਮਹਾਰਾਜ ਜੀ 4 ਘੜੀਆਂ ਜਦੋਂ ਰਾਤ ਰਹਿੰਦੀ ਸੀ ਅੰਮ੍ਰਿਤ ਵੇਲੇ, ਲਖ ਲੀਨੇ ਸਭ ਚਿੰਨ ਸੁਹੇਲੇ ਉਹ ਤਾਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਗਮਨ ਕਰ ਰਹੇ ਸੀ, ਉਹ ਸਾਰੇ ਚਿੰਨ ਨਿਸ਼ਾਨੀਆਂ ਸੀ ਜਾਣ ਲੀਆਂ, ਦੇਖ ਹੀ ਲਈਆਂ। ਸੁਨ ਇਸ਼ਨਾਨ ਕਰ ਸ੍ਰੀ ਹਰਿ ਰਾਏ ਹਾਂ ਭਾਈ ਪਾਨਾ ਜੋਧ ਰਾਏ ਰੂਪ ਚੰਦ ਤੋਂ ਸੁਣ ਕੇ ਗੁਰੂ ਹਰਿਰਾਏ ਸਾਹਿਬ ਜੀ ਉੱਠੇ ਹਨ, ਝਟਪਟ ਇਸ਼ਨਾਨ ਕਰ ਲਿਆ ਹੈ। ਚੀਰ ਸਰੀਰ ਨਵੀਨੇ ਪਾਏ ਆਪਣੇ ਸਰੀਰ ਤੇ ਨਵੇਂ ਜਿਹੜੇ ਬਸਤਰ ਉਹ ਭਾਲੇ ਪਹਿਨ ਲਏ ਹਨ। ਜਪ ਜੀ ਪਾਠਕਾਰ ਦੁਆਰ ਅਗਾਰੀ ਹਾਂ ਜਿਹੜਾ ਇਹ ਮਕਾਨ ਦਾ ਦਰਵਾਜ਼ਾ ਹੈ, ਉਹਦੇ ਅੱਗੇ ਖੜ ਕੇ ਸੰਪੂਰਨ ਜਪਜੀ ਸਾਹਿਬ ਦਾ ਪਾਠ ਹਰਿਰਾਏ ਸਾਹਿਬ ਜੀ ਨੇ ਕੀਤਾ ਹੈ। ਹਾਥ ਜੋਰ ਤਬ ਬੰਧਨ ਧਾਰੀ ਹਾਂ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਰੇ ਤੇਤੀ ਛੁੱਟੀ ਨਾਲ ਹੋ ਕਹਿ ਕੇ ਹੱਥ ਜੋੜ ਕੇ ਫਿਰ ਨਮਸਕਾਰ ਕੀਤੀ ਹੈ। ਅੰਤਰ ਤੇ ਸ਼ੰਕਰ ਖੁੱਲ ਗਈ ਆ ਜਦੋਂ ਹਰਿਰਾਏ ਸਾਹਿਬ ਜੀ ਨੇ ਸੰਪੂਰਨ ਜਪਜੀ ਦਾ ਪਾਠ ਕਰਕੇ ਕਹਿੰਦੇ ਮੱਥਾ ਟੇਕਿਆ, ਅੰਦਰੋਂ ਉਸੇ ਵੇਲੇ ਕੁੰਡਾ ਆਪੇ ਹੀ ਖੁੱਲ ਗਿਆ ਹੈ। ਵਹਿਰ ਇਨਹੋ ਤੇ ਸੁਨ ਧੁਨ ਸੁਨ ਲਈ ਬਾਹਰ ਜਿਹੜੇ ਹਰਿਰਾਏ ਸਾਹਿਬ ਜੀ ਭਾਈ ਪਾਨਾ ਜੀ ਰੂਪ ਚੰਦ ਜੀ ਔਰ ਜੋਧ ਰਾਏ ਜੀ ਖੜੋਤੇ, ਉਹਨਾਂ ਨੇ ਕੁੰਡੇ ਖੁੰਡਣ ਦੀ ਆਵਾਜ਼ ਹੀ ਸੁਣ ਲਈ ਹੈ। ਖੋਲੇ ਦੁਆਰ ਕਿਵਾਰ ਹਟਾਏ ਉਸੇ ਦਰਵਾਜ਼ੇ ਦੇ ਜਿਹੜੇ ਕਵਾਰ ਕੀ ਤਖਤੇ ਹਨ ਉਹ ਖੋਲ ਕੇ ਪਾਸੇ ਕੀਤੇ ਹਨ। ਲੱਗੇ ਕੰਧ ਸੋ ਗੁਰ ਤੇ ਦਰਸਾਏ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਕੰਧਾ ਢੋਇਆ ਲਾ ਕੇ ਬੈਠੇ ਹੈ ਤੇ ਦਰਸ਼ਨ ਕੀਤੇ। ਪਦਮਾਸਨ ਕਰ ਥੇਰੇ ਗੁਸਾਈ ਜਗਤ ਦੇ ਮਾਲਕ ਜਿਹੜਾ ਪਦਮ ਆਸਨ ਆ ਉਹ ਲਾ ਕੇ ਟਿਕੇ ਹੋਏ ਸਨ। ਲੋਚਨ ਮੁੰਦਰਤ ਜੋਗੀ ਨਿਆਈ ਜਿਵੇਂ ਜੋਗਾ ਅਭਿਆਸੀ ਹੁੰਦਾ ਨਾ, 10ਵੇਂ ਦੁਆਰ ਦੇ ਵਿੱਚ ਪ੍ਰਾਣ ਚੜਾ ਕੇ ਟਿਕਿਆ ਹੁੰਦਾ, ਕਹਿੰਦੇ ਜੋਗ ਅਭਿਆਸੀ ਦੇ ਤਾਂ ਹੀ ਨੇਤਰ ਬੰਦ ਕੀਤੇ ਹੋਏ। ਅੰਤਰ ਬਾਰ ਕਰ ਜਾਏ ਨਿਹਾਰੇ ਸ੍ਰੀ ਹਰਿਰਾਏ ਸਾਹਿਬ ਮਹਾਰਾਜ ਨੇ ਉਹ ਮਕਾਨ ਦੇ ਅੰਦਰ ਵੜ ਕੇ ਦੇਖਿਆ ਹੈ। ਸਵਾਸਨ ਆਵਤ ਦੇਹ ਮਜਾਰੇ ਹੱਥ ਲਾ ਕੇ ਦੇਖਿਆ, ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਦੇ ਵਿੱਚ ਹੁਣ ਸਵਾਸ ਨਹੀਂ ਕੋਈ ਆ ਰਿਹਾ ਹੈ। ਜਾਏ ਤਿਨਹੋ ਆਬ ਬੰਧਨ ਕਰੀ ਹਰਿਰਾਏ ਸਾਹਿਬ ਜੀ ਨੇ ਜਾ ਕੇ ਉਹ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਰਧਾ ਨਾਲ ਨਮਸਕਾਰ ਕੀਤੀ। ਜਿਉ ਹੁਕਮ ਸਭ ਕੋ ਤਿਸ ਕਰੀ ਜਿੰਨੀਆਂ ਸਿੱਖ ਸੰਗਤਾਂ ਉਹਨਾਂ ਨੂੰ ਉਸ ਘੜੀਆਂ ਹੁਕਮ ਕਰ ਦਿੱਤਾ ਹੈ। ਚੰਦਨ ਆਦ ਸਮਗਰੀ ਭਾਰੀ
ਇਹ ਸੰਗਤ ਜੀ ਚੰਦਨ ਦੀਆਂ ਲੱਕੜਾਂ ਹੋਰ ਜਿਹੜੀ ਭਾਰੀ ਸੰਸਕਾਰ ਵਾਲੀ ਸਮਗਰੀ ਹੈ ਜਹ ਤਿਆਰੀ ਬਿਲਮ ਵਿਸਾਰੀ ਸੰਗਤ ਜੀ ਤੇਰੀ ਛੱਡ ਕੇ ਉਹਦੀ ਤਿਆਰੀ ਛੇਤੀ ਕਰ ਲਈਏ ਸ੍ਰੀ ਹਰਿ ਰਾਏ ਸੁਭਾਨਾ ਸਾਦਰ ਹਾਂ ਸ੍ਰੀ ਹਰਿ ਸਾਹਿਬ ਜੀ ਭਾਈ ਭਾਨਾ ਜੀ ਸਤਿਕਾਰ ਨਾਲ ਸੂਰਜ ਮਲ ਸ੍ਰੀ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸੂਰਜ ਮਲ ਜੀ ਸ੍ਰੀ ਤੇਗ ਬਹਾਦਰ ਸਾਹਿਬ ਜੀ ਰਾਏ ਜੋਧ ਪੁੰਨ ਮੁਖ ਮਸੰਦ ਜੋਧ ਰਾਏ ਜੀ ਪੁਨਾ ਹੋਰ ਜਿਹੜੇ ਕੋਈ ਮੁਖੀ ਮਸੰਦ ਹਨ ਆਏ ਬਿਲੋਕੈ ਮਿਲ ਕੈ ਬ੍ਰਿੰਦ ਸਾਰੇ ਆ ਕੇ ਸਮੂਹ ਗਿਣਤੀ ਵਿੱਚ ਵੇਖ ਰਹੇ ਹਨ ਕੁਛ ਆਸਨ ਪਰ ਗੁਰ ਪਉ ਢਾਏ ਉਸ ਵੇਲੇ ਜਿਹੜਾ ਕੋਈ ਕੁਸ਼ਾ ਦਾ ਆਸਣ ਉਹਦੇ ਉੱਪਰ ਸਤਿਗੁਰੂ ਦੇ ਸਰੀਰ ਨੂੰ ਲਟਾਇਆ ਪਾਇਆ ਹੈ ਤਦਰਵ ਕੋ ਸੁਚ ਨੀਰ ਅਨਾਏ ਜਿਹੜਾ ਸਤਦਰਵ ਦਾ ਜਲ ਹੈ ਉਹ ਸੁੱਚਾ ਪਵਿੱਤਰ ਕਹਿੰਦੇ ਮਗਾਇਆ ਹੈ ਮਿਲ ਬਹੁ ਕਰ ਵਾਇਸ ਇਸ਼ਨਾਨ ਬਹੁਤੇ ਗੁਰਸਿੱਖਾਂ ਨੇ ਮਿਲ ਜੁੜ ਕੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੋਹਣੇ ਢੰਗ ਨਾਲ ਇਸ਼ਨਾਨ ਕਰਵਾਇਆ ਹੈ ਮੁਖ ਕੀ ਜਤ ਸੋ ਜੀਤ ਸਮਾਨ ਮੁਖ ਕੀ ਜੋਤ ਸੋ ਜੀਅਤ ਸਮਾਨ ਮੁਖ ਦੀ ਜਿਹੜੀ ਜੋਤ ਹੈ ਰੋਸ਼ਨੀ ਹੈ ਉਹ ਹੀ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਬਿਲਕੁਲ ਜਿਉਂਦੇ ਹੁੰਦੇ ਹਨ ਸੁੰਦਰ ਸੂਖਮ ਪਟ ਪਹਿਰਾਏ ਇਸ਼ਨਾਨ ਤੋਂ ਬਾਅਦ ਭੀਖ ਸੂਰ ਦੇ ਬਣੇ ਸੋਹਣੇ ਜਿਹੜੇ ਬਸਰ ਉਹ ਪਹਿਨਾ ਦਿੱਤੇ ਪਾ ਦਿੱਤੇ ਹਨ ਨਰ ਬਹੁ ਲਾਗ ਵਿਮਾਨ ਬਣਾਏ ਬਹੁਤੇ ਲੋਕਾਂ ਨੇ ਲੱਗ ਕੇ ਇਸ ਤਰ੍ਹਾਂ ਸੋਹਣਾ ਵਿਵਾਨ ਬਣਾ ਲਿਆ ਤਿਆਰ ਕਰ ਲਿਆ ਛਾਦ ਪਟੰਬਰ ਸੋ ਪਸ਼ਮੰਬਰ ਉਹ ਜਿਹੜਾ ਵਿਵਾਨ ਉਹਨੂੰ ਕਹਿੰਦੇ ਪਸ਼ਮੀਨੇ ਦੇ ਬਸਰਾਂ ਨਾਲ ਰੇਸ਼ਮੀ ਬਸਰਾਂ ਨਾਲ ਢੱਕ ਕੇ ਆਏ ਬਹਰ ਜਰੀਨ ਕੇ ਅੰਬਰ ਪਾਏ ਬਹਰ ਜਰੀਨ ਕੇ ਅੰਬਰ ਹੋਰ ਜਿਹੜੇ ਕਹਿੰਦੇ ਜਰੀਦਾਰ ਵਸਤਰ ਉਹ ਵੀ ਉੱਪਰ ਦੀ ਪਾ ਦਿੱਤੇ ਹਨ ਸਭ ਉਪਬਨ ਕੇ ਫੂਲ ਮੰਗਾਏ ਸਾਰਿਆਂ ਕਹਿੰਦੇ ਭੋਗ ਬਗੀਚਿਆਂ ਦੇ ਜਿੰਨੇ ਤਰ੍ਹਾਂ ਦੇ ਸੁਗੰਧੀਦਾਰ ਫੁੱਲ ਮੰਗਾ ਲਏ ਹਨ ਕਰ ਕਰ ਮਾਲ ਵਿਸਾਲੀ ਲਿਆਏ ਉਹਨਾਂ ਬਾਗਾਂ ਵਿੱਚੋਂ ਕਹਿੰਦੇ ਬੜੀਆਂ ਫੁੱਲਾਂ ਦੀਆਂ ਮਾਲਾ ਬਣਾ ਕੇ ਮਾਲੀ ਲੈ ਕੇ ਆਏ ਹੋਏ ਸਭ ਵਿਮਾਨ ਕੇ ਚਾਹੁੰਦੇ ਸਮਾਹੀ ਉਹ ਜਿੰਨੀਆਂ ਫੁੱਲਾਂ ਦੀਆਂ ਮਾਲੀਆਂ ਕਹਿੰਦੇ ਸਾਰੀਆਂ ਵਿਵਾਨ ਦੇ ਚਾਰੇ ਤਰਫੀ ਦਰ ਕਾਵਨ ਕੀਨੀ ਦੁੱਤ ਜਾਹੀ ਆ ਜਿਨ੍ਹਾਂ ਦੀ ਕਹਿੰਦੇ ਸੋਭਾ ਹੋ ਰਹੀ ਉਹ ਲਟਕਾ ਦੇਣਾ ਫੁੱਲਾਂ ਦੀਆਂ ਮਾਲਾ ਪੁਸ਼ਪਨ ਸੋ ਛਾਦਿਓ ਤਬ ਸਾਰੇ ਹਾਂ ਜਿੰਨੇ ਫੁੱਲ ਉਹਨਾਂ ਨੂੰ ਕਹਿੰਦੇ ਸਾਰਿਆਂ ਦੇ ਨਾਲ ਹੀ ਢੱਕ ਦਿੱਤਾ ਹੈ ਅਨਕ ਸੁਗੰਧਨ ਪਾਏ ਉਦਾਰੇ ਹੋਰ ਬੜੀਆਂ ਸੇਠ ਜਿਹੜੀਆਂ ਸੁਗੰਧੀਆਂ ਉੱਥੇ ਪਾ ਦਿੱਤੀਆਂ ਛਿੜਕ ਦਿੱਤੀਆਂ ਹਨ ਸ਼ਬਦ ਰਬਾਬੀ ਗਾਵਨ ਗਾਵੇ ਜਿਹੜੇ ਰਬਾਬੀ ਗੁਰਸਿੱਖ ਹੈ ਉਹ ਕਹਿੰਦੇ ਇਸ ਤਰ੍ਹਾਂ ਸ਼ਬਦਾਂ ਨੂੰ ਗਾਉਂਦੇ ਰਾਗਾਂ ਵਿੱਚ ਮਾਰੂ ਅਰ ਵੱਡ ਹੰਸ ਸੁਣਾਵੇ ਕਿਤੇ ਮਾਰੂ ਰਾਗ ਦੇ ਸ਼ਬਦ ਕਿਤੇ ਵਡਹੰਸ ਰਾਗ ਵਿੱਚ ਸੁਣਾਉਂਦੇ ਆ ਬਰਾਗ ਮਈ ਦੋਨੋਂ ਗੁਰ ਪਤਨੀ ਤਬ ਆਈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਦੋਵੇਂ ਪਤਨੀਆਂ ਨਾਨਕੀ ਜੀ ਮਰਵਾਹੀ ਜੀ ਆ ਗਏ ਹਨ ਸੰਗ ਨਗਰ ਨਾਰੀ ਸਮੁਦਾਈ ਜਿਨ੍ਹਾਂ ਦੇ ਨਾਲ ਕੀਰਤਪੁਰ ਸਾਹਿਬ ਦੀਆਂ ਹੋਰ ਵੀ ਸਮੂਹ ਮਾਈਆਂ ਬੀਬੀਆਂ ਪਹੁੰਚੀਆਂ ਸਤਿਗੁਰ ਕੇ ਗੁਣ ਵਰਣਨ ਕਰਤੀ ਜਿੰਨੀਆਂ ਕੀਰਤਪੁਰ ਦੀਆਂ ਮਾਈਆਂ ਬੀਬੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਗੁਣਾਂ ਨੂੰ ਕਥਨ ਕਰ ਰਹੀਆਂ ਨੇ ਅਸ਼ਰ ਬਿਲੋਚਨ ਤੇ ਬਹੁ ਧਰਤੀ ਆਪਣੇ ਅੱਖਾਂ ਤੋਂ ਬੜੇ ਅਥਰੂ ਜੀ ਵੀ ਕਰ ਰਹੀਆਂ ਹਨ ਖੁੱਲੇ ਸੀਸ ਪਰ ਕੇਸ ਵਿਸਾਲੇ ਕਈਆਂ ਦੇ ਤਾਂ ਸਿਰ ਦੇ ਕਹਿੰਦੇ ਕੇਸ ਵੀ ਖੁੱਲੇ ਜੇ ਪਏ
ਆਨ ਥਰੀ ਤਹਿ ਸਭ ਇੱਕ ਨਾਲੇ ਹਾਂ ਇੱਕ ਦੂਸਰੇ ਦੇ ਨਾਲ ਹੋ ਕੇ ਕਹਿੰਦੇ ਉੱਥੇ ਆ ਟਿਕੀਆਂ ਹਨ। ਸੰਗਤ ਆਨ ਹਜ਼ਾਰਾਂ ਖਰੀ ਹਜ਼ਾਰਾਂ ਦੀ ਤਾਦਾਦ ਵਿੱਚ ਆ ਕੇ ਉੱਥੇ ਸੰਗਤ ਵੀ ਖੜ ਗਈ ਹੈ। ਇੱਕ ਦਿਸ਼ ਅਖਿਲ ਬਾਹਿਨੀ ਥਿਰੀ ਇੱਕ ਤਰਫ ਜਿੰਨੀ ਗੁਰੂ ਮਹਾਰਾਜ ਦੀ ਜੰਗੀ ਯੋਧਿਆਂ ਦੀ ਫੌਜ ਆ ਉਹ ਖੜੋਤੀ ਹੋਈ ਹੈ, ਟਿਕੀ ਹੋਈ ਹੈ। ਜੈ ਜੈਕਾਰ ਹੋਤ ਚੌਹ ਫੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਬਿਵਾਨ ਦੇ ਚਾਰੇ ਤਰਫੀ ਜੈ ਹੋਵੇ ਇਉਂ ਹੀ ਆਵਾਜ਼ੇ ਹੁੰਦੇ ਹਨ। ਧੰਨ ਗੁਰੂ ਸੁਖ ਦੇਤ ਬਡੇਰੇ ਹੇ ਗੁਰੂ ਹਰਗੋਬਿੰਦ ਸਾਹਿਬ ਆਪ ਧੰਨ ਬੜੇ ਬੜੇ ਸਾਨੂੰ ਸੁਖ ਦਿੱਤੇ ਆਪ ਜੀ ਨੇ। ਨਿਜ ਨਿਜ ਬਾਤਨ ਨਰਨ ਸੁਣਾਵਹਿ ਆਪੋ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨਾ ਇੱਕ ਦੂਸਰੇ ਲੋਕਾਂ ਨੂੰ ਸੁਣਾਉਂਦੇ ਗੁਰਸਿੱਖ। ਜਿਨ ਮਹਿ ਸਤਿਗੁਰ ਕੇ ਗੁਣ ਗਾਵੈ ਜਿਨ੍ਹਾਂ ਗੱਲਾਂ ਬਾਤਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣਾਂ ਨੂੰ ਗਾਉਂਦੇ ਆ ਗੁਰਸਿੱਖ। ਇੱਕ ਸੁਨ ਕਰਹਿ ਸਰਾਹਨ ਤਬੈ ਇੱਕ ਜਿਹੜਾ ਸਿੱਖ ਹੈ ਸੁਣ ਕੇ ਸਲੋਤਾ ਕਰਦਾ ਸਤਿਗੁਰੂ ਦੀ। ਇਸ ਜਸ ਕੋ ਭਾਖਤ ਮਿਲ ਸਬੈ ਇਮ ਜਸ ਕੋ ਭਾਖਤ ਮਿਲ ਸਬੈ। ਕਿਉਂ ਕਹਿੰਦੇ ਸਾਰੇ ਗੁਰਸਿੱਖ ਆਪੋ ਵਿੱਚ ਹੀ ਜਸ ਮਿਲ ਕੇ ਜਸ ਕਹਿੰਦੇ ਹਨ। ਸੰਖ ਅਨੇਕ ਬਜਾਵਨ ਕਰਹਿ ਅਨੇਕਾਂ ਜਿਹੜੇ ਸੰਖ ਉਹਨਾਂ ਨੂੰ ਫੂਕਾਂ ਕਰ ਕਰਕੇ ਵਜਾਉਣਾ ਕਰਦੇ। ਬਾਦਤ ਬ੍ਰਿੰਦ ਵਜਹਿ ਧੁਨ ਭਰਹਿ ਬਹੁਤ ਬਾਜੇ ਵੱਜਦੇ ਉਹ ਕਹਿੰਦੇ ਧੁਨੀ ਕਹਿੰਦੇ ਉਹ ਭਰ ਰਹੀ ਹੈ ਧੁਨੀ ਆਵਾਜ਼ ਉੱਠ ਰਹੀ ਹੈ। ਆਨ ਆਨ ਫੂਲਨ ਬਰ ਖਾਵਹਿ ਕਈ ਗੁਰਸਿੱਖ ਲਿਆ ਕੇ ਉੱਥੇ ਫੁੱਲਾਂ ਦੀ ਬਾਰਿਸ਼ ਕਰ ਰਹੇ ਫੁੱਲ ਬਰਸਾ ਰਹੇ। ਨਿਕਟ ਹੋਏ ਸਭ ਸੀਸ ਨਿਵਾਵਹਿ ਬੇਅੰਤੀ ਨੇੜੇ ਹੋ ਕੇ ਸੀਸ ਝੁਕਾਉਂਦੇ ਹਨ ਮੰਦੇ। ਭੀਰ ਭੂਰ ਹੋਈ ਤੇ ਸਮੈ ਉਸ ਸਮੇਂ ਕਹਿੰਦੇ ਭਗਵਾਨ ਦੇ ਇਰਦ ਗਿਰਦ ਬਹੁਤ ਤਕੜੀ ਭੀੜ ਹੋ ਗਈ। ਫਿਰ ਦੂਰ ਕੋ ਤਹਿ ਤੇ ਨਮੈ ਕਈ ਕਹਿੰਦੇ ਦੂਰ ਖੜੋਤੇ ਉੱਥੇ ਹੀ ਝੁਕ ਰਹੇ ਉੱਥੇ ਹੀ ਮੱਥੇ ਟੇਕ ਰਹੇ ਨੇੜੇ ਆ ਨਹੀਂ ਸਕ ਰਹੇ। ਸੂਰਜ ਮਲ ਸ੍ਰੀ ਤੇਗ ਬਹਾਦਰ ਸੂਰਜ ਮਲ ਜੀ ਤੇ ਸ੍ਰੀ ਤੇਗ ਬਹਾਦਰ ਸਾਹਿਬ ਜੀ। ਰਾਏ ਜੋਧ ਆਰ ਭਾਨਾ ਸਾਦਰ ਤੇ ਜੋਧ ਰਾਏ ਜੀ ਭਾਈ ਭਾਨਾ ਜੀ ਸਤਿਕਾਰ ਸਹਿਤ। ਇਨ ਤੇ ਆਦਿਕ ਬ੍ਰਿੰਦ ਮਸੰਦ ਇਹਨਾਂ ਤੋਂ ਆਲ ਲੈ ਕੇ ਹੋਰ ਜਿਹੜੇ ਸਮੂਹ ਮੁਖੀ ਮਸੰਦ ਹੈ ਲਿਓ ਉਠਾਏ ਬਿਮਾਨ ਬਿਲੰਦ ਸਾਰਿਆਂ ਨੇ ਰਲ ਮਿਲ ਕੇ ਮਹਾਨ ਜਿਹੜਾ ਭਗਵਾਨ ਉਸ ਨੂੰ ਚੁੱਕ ਲਿਆ ਮੋਢਿਆਂ ਉੱਪਰ। ਧਨ ਗਨ ਕੰਚਨ ਪੁਸ਼ਪ ਬਣਾਏ ਬਹੁਤਾ ਧਨ ਲਾ ਕੇ ਸੋਨੇ ਦੇ ਫੁੱਲ ਜੇ ਬਣਾਏ। ਬਹੁ ਕਰ ਗੇਰਤ ਸੋ ਬਰ ਖਾਏ ਬਹੁਤੇ ਕਹਿੰਦੇ ਹੱਥਾਂ ਨਾਲ ਸੁੱਟਦੇ ਹੋਏ ਬਰਸਾ ਰਹੇ ਸੋਨੇ ਦੇ ਫੁੱਲ। ਅੱਜ ਕੱਲ੍ਹ ਤਾਂ ਦੁਖੀਆਂ ਜੀਆਂ ਸਿਰਦੇ ਆ ਜਿਵੇਂ ਬੇੜਾ ਇਹਨਾਂ ਦਾ ਕਰਕੇ ਜਾਂਦਾ ਲੋਕਾਂ ਦਾ ਵੀ ਇਹ ਦੁਖੀ ਦਾ ਭਲਾ ਮਨੁੱਖ। ਸ੍ਰੀ ਹਰਿ ਰਾਏ ਚਮਰ ਗਹਿ ਹਾਥ ਹਾਏ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਰਾਏ ਸਾਹਿਬ ਜੀ ਆਪਣੇ ਹੱਥਾਂ ਵਿੱਚ ਚੌਰ ਲੈ ਕਿੱਥੇ ਸੋਨੇ ਦੇ ਫੁੱਲ ਕਿੱਥੇ ਦੁਖੀਆਂ ਦਿਖੀਆਂ। ਕਰਹਿ ਟੁਰਾਵਨ ਉਚਤਾ ਸਾਥ ਇਸ ਤਰ੍ਹਾਂ ਕਹਿੰਦੇ ਯੋਗਤਾ ਅਨੁਸਾਰ ਚੌਰ ਉੱਪਰ ਦੀ ਗੁਰੂ ਰਾਏ ਸਾਹਿਬ ਜੀ ਆਪ ਫੇਰ ਰਹੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ। ਆਗੇ ਚਲਤ ਰਬਾਬੀ ਗਾਵਤ ਜਿਹੜੇ ਕੀਰਤਨ ਕਰਨ ਵਾਲੇ ਕੀਰਤਨੀ ਉਹ ਅੱਗੇ ਅੱਗੇ ਚੱਲਦੇ ਕੀਰਤਨ ਕਰਦੇ ਹੋਏ ਇਹ ਮਰਜ਼ਾਦਾ ਹੈ। ਆਮ ਕਈ ਕੀਰਤੀਆਂ ਨੂੰ ਪਿੱਛੇ ਲਾਇਆ ਹੁੰਦਾ ਉਹ ਪੈਰ ਜੇ ਪਿੱਛੇ ਨੂੰ ਹੁੰਦੇ ਤੇ ਇਸ ਤਰ੍ਹਾਂ ਨਰਾਦਰੀ ਬੇਅਦਬੀ ਕਰਦੇ ਹੁੰਦੇ ਹਨ। ਪੌੜੀ ਲਾਏ ਦਰਬ ਕੋ ਪਾਵਤ ਜਦੋਂ ਬੈਰਾਗਮਈ ਪੌੜੀ ਦੀ ਖੜ ਕੇ ਲਾਉਂਦੇ ਉਸ ਵੇਲੇ ਰਾਗੀ ਸੈਨ ਮਾਇਆ ਪ੍ਰਾਪਤ ਕਰਦੇ। ਵਰ ਖਾਵਤ ਪੁਸ਼ਪਨ ਕਰ ਹੇਮ ਉਹ ਸੋਨੇ ਦੇ ਜਿਹੜੇ ਫੁੱਲ ਬਣਾਏ ਹੋਏ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਦੀ ਬਰਸਾਉਂਦੇ ਗੁਰਸਿੱਖ।
ਬੰਦਹ ਕਰ ਬੰਦਹ ਹਿਤ ਛੇਮ। ਆਪਣੇ ਕਲਿਆਣ ਵਾਸਤੇ ਆਪਣੇ ਸੁਖ ਵਾਸਤੇ ਹੱਥ ਜੋੜ ਜੋੜ ਕੇ ਨਮਸਕਾਰਾਂ ਕਰਦੇ। ਨਿਕਟ ਥਾਨ ਪਿਖ ਜਾਏ ਉਤਾਰੇ। ਨੇੜੇ ਹੀ ਅਸਥਾਨ ਸੀ ਉਹ ਵੇਖ ਕੇ ਵਿਵਾਨ ਨੂੰ ਹੇਠਾਂ ਲਾਇਆ ਹੈ। ਚਿਖ ਚੰਦਨ ਕੀ ਊਚ ਸੁਧਾਰੇ। ਚੰਦਨ ਦੀਆਂ ਲੱਕੜਾਂ ਦੀ ਚਿਖਾ ਬੜੀ ਉੱਚੀ ਕਹਿੰਦੇ ਬਣਾਈ ਸਵਾਰੀ ਹੋਈ ਸੀ। ਜਬ ਤਿਲ ਕ੍ਰਿਤ ਆਨੇ ਸਮੁਦਾਏ। ਜੋ ਵੀ ਤਿਲ ਵੀ ਦੇਸੀ ਘਿਓ ਵੀ ਬਹੁਤ ਖੁੱਲਾ ਡੁੱਲਾ ਲਿਆਂਦਾ ਹੋਇਆ ਹੈ। ਕਾਸਟ ਕੇ ਅੰਬਾਰ ਲਗਾਏ। ਹੋਰ ਲੱਕੜਾਂ ਦੇ ਕਹਿੰਦੇ ਬੜੇ ਢੇਰ ਲੱਗੇ ਹੋਏ। ਬਹੁਰ ਦੇਹ ਤਹ ਧਰੀ ਸੁਧਾਰ। ਫਿਰ ਚਿਖਾ ਬਣਾ ਸਵਾਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਨੂੰ ਸਤਿਕਾਰ ਨਾਲ ਉਹਦੇ ਉੱਪਰ ਰੱਖ ਦਿੱਤਾ ਹੈ। ਸੂਰਜ ਮਲ ਕਰ ਲਾਂਬੂ ਧਾਰ। ਜੋ ਗੁਰੂ ਹਰਗੋਬਿੰਦ ਸਾਹਿਬ ਦਾ ਸੁਪੁੱਤਰ ਸੂਰਜ ਮਲ ਉਸਨੇ ਆਪਣੇ ਹੱਥ ਵਿੱਚ ਅੱਗ ਦਾ ਲਾਂਬੂ ਜਾ ਲੈ ਲਿਆ ਹੈ। ਕਮਾਰ ਕਰ ਦਿਓ ਲਗਾਏ। ਇਸ ਤਰ੍ਹਾਂ ਕਹਿੰਦੇ ਸਤਿਕਾਰ ਨਾਲ ਉਹ ਜਿਹੜਾ ਲਾਂਬੂ ਜਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਿਖਾ ਨੂੰ ਲਾ ਦਿੱਤਾ ਹੈ। ਗੁਰ ਕੋ ਬਿਰਹਿ ਸ਼ੋਕ ਉਪਜਾਏ। ਗੁਰੂ ਹਰਗੋਬਿੰਦ ਸਾਹਿਬ ਪਿਤਾ ਦਾ ਵਿਛੋੜਾ ਹੋ ਰਿਹਾ ਜਿਸ ਕਰਕੇ ਸ਼ੋਕ ਪੈਦਾ ਕਰ ਲਿਆ ਸੂਰਜ ਮਲ। ਰੁਦਤ ਭਏ ਸਗਰੇ ਨਾਰ ਨਾਰੀ। ਜਿੰਨੇ ਮਾਈ ਭਾਈ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਵਿਛੋੜੇ ਕਰਕੇ ਬਰਾਗ ਵਿੱਚ ਰੋ ਰਹੇ ਹੈ। ਬਹੁਰ ਕਪਾਲ ਕਿਰਿਆ ਤਹ ਧਾਰੀ। ਇਸੇ ਤਰ੍ਹਾਂ ਗੁਰਮਤਿ ਆਸ਼ੇ ਅਨੁਸਾਰੀ ਹੈ ਜਿਹੜੀ ਸੰਸਕਾਰ ਦੀ ਰੀਤੀ ਮਰਜ਼ਾਦਾ ਕੀਤੀ ਕਤਰੀ ਹੈ। ਸਿਮਰ ਸਿਮਰ ਸਦ ਗੁਣ ਸੁਖਦਾਇਕ। ਸੁਖ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤੇ ਕਰਕੇ ਕਈਆ ਜਦੋਂ ਥੋੜਾ ਜਿਹਾ ਸੰਸਕਾਰ ਜਿਹਾ ਹੋ ਜਾਂਦਾ ਫਿਰ ਉਹ ਸਿਰ 'ਚ ਸੋਟਾ ਜਿਹਾ ਮਾਰਦੇ ਹੁੰਦੇ ਨੇ ਕਹਿੰਦੇ ਕਪਾਲ ਕਿਰਿਆ ਕਰਦੇ ਉਹ। ਇਸ ਵਾਸਤੇ ਜਿਹੜੇ ਬ੍ਰਾਹਮਣ ਲੋਕ ਉਹ ਸੋਟਾ ਜਿਹਾ ਮਰਵਾਇਆ ਕਰਦੇ ਸੀ। ਇਹ ਸਵਾਸਾਂ ਦੀ 10 ਤਰ੍ਹਾਂ ਦੀ ਪੌਣ ਹੈ, 10 ਤਰ੍ਹਾਂ ਦੇ ਸਵਾਸ ਹੈ। ਇੱਕ ਧਨੱਜੇ ਪੌਣ ਦਾ ਨਾਂ ਉਹਨਾਂ ਨੇ ਰੱਖਿਆ ਵੀ ਜਦੋਂ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਇਹ ਪੌਣ ਕਹਿੰਦੇ ਉਹ ਖੋਪੜੀ ਵਿੱਚ ਰਹਿੰਦੀ ਹੈ। ਇਸ ਕਰਕੇ ਵੀ ਉਹ ਪੌਣ ਨਿਕਲ ਜਾਏ ਉਹ ਛੋਟਾ ਜਿਹਾ ਮਾਰਦੇ ਸਿਰ ਵਿੱਚ। ਜਿਹੜੇ ਗੁਰਸਿੱਖਾਂ ਵਿੱਚ ਮਰਜ਼ਾਦਾ ਹੈ ਵੀ ਉਹ ਪੌਣ ਨੇ ਤਾਂ ਜਦੋਂ ਅੱਗ ਲੱਗ ਗਈ ਉਹਨੇ ਆਪੇ ਹੀ ਨਿਕਲ ਜਾਣਾ ਹੈ। ਇਸ ਤਰ੍ਹਾਂ ਗੁਰੂ ਕੇ ਸਿੱਖ ਦੇ ਵਿੱਚ ਸਿਰ ਕਿਉਂ ਸੋਟਾ ਮਾਰਨਾ, ਕਿਉਂ ਬਦਵੀ ਕਰਨੀ ਹੈ। ਪਰ ਬ੍ਰਾਹਮਣ ਲੋਕ ਕਹਿੰਦੇ ਵੀ ਉਹ ਤੁਸੀਂ ਮਾਰੋ ਕਪਾਲ ਕਿਰਿਆ ਕਰੋ ਤਾਂ ਕਿ ਉਹ ਜਿਹੜੇ ਧਨੱਜੇ ਪੌਣ ਨਿਕਲ ਜਾਏ। ਜਿੱਥੇ ਹੋਰ ਸਰੀਰ ਨੇ ਸੁਆਹ ਹੋ ਜਾਣਾ ਉੱਥੇ ਉਹ ਹੀ ਵਿੱਚ ਖਤਮ ਹੋ ਜਾਏਗੀ। ਇਸ ਕਰਕੇ ਐਸੀ ਕਪਾਲ ਕਿਰਿਆ ਕਰਨ ਦੀ ਸੁੱਟੇ ਮਾਰਨ ਦੀ ਬੇਦਬੀ ਨਹੀਂ ਕਰਨੀ ਚਾਹੀਦੀ, ਖਾਸ ਕਰਕੇ ਜਿਹੜਾ ਗੁਰੂ ਕਾ ਸਿੱਖ ਸਜਿਆ ਹੋਇਆ ਹੈ। ਕਿਉਂਕਿ ਗੁਰੂ ਕਾ ਇਹ ਸੀਸ ਹੈ, ਗੁਰੂ ਕੇ ਕੇਸ ਜਿਹੜੇ ਸੀਸ ਹੈ ਗੁਰੂ ਕੀ ਮੋਹਰ ਹੈ। ਇੱਥੇ ਸੁੱਟੇ ਮਾਰੇਗਾ शीश गुरु का केस गुरु के बेदबी हो जाएगी, वो देनदार बनेगा। रुदत सुबट ठाडे सब पायक। इस करके जिन्ने सिख सूरवीर दास है सारे खड़ोते हुए बराग कर रहे हैं। हे गुरु तुमरे बिना हमारी। हे गुरु हरगोबिंद साहब मारा आप तो बगैर साड़ी जेड़ी को सुध लेह कर है प्रतपारी। बड़ा खबरसार लेके साड़ी पालना पोसना हुण करिया करेगा। को आयुध विद्या सिखरावे। मारा सानू सूरवीरां नू किते तनख विद्या, किते श्री श्रवण चराउण दी विद्या, किते कत्तेबाजी पेटबाजी, ये जिहड़ी शास्त्र विद्या दी ये विद्या सानू हुण कौन सिखाया करेगा। को परखै बहु दरब दिवावे। जेड़ा मारा फिर शास्त्र भी ये चंगा वधिया चलाउंदा है परख के फिर इनाम दवाया करेगा, माया दवाया करेगा। बहुर मसंद रुदत है खरे। फिर जेड़े मुखी मुखी समूह मसंद है वो भी खड़ोते हुए बराग करी जा रहे। हे प्रभु को आदर हम कर
ਵਿਚਾਰੇ। हे ਗੁਰੂ ਹਰਗੋਬਿੰਦ ਸਾਹਿਬ, ਹੁਣ ਤੁਹਾਤੋਂ ਬਗੈਰ ਸਾਡਾ ਕੌਣ ਅਦਬ ਸਤਿਕਾਰ ਕਰਿਆ ਕਰੇਗਾ। ਜਥਾ ਜੋਗ ਬੈਠਾਵਤ ਪਾਸ। ਕਿਉਂਕਿ ਜਦੋਂ ਮਹਾਰਾਜ ਅਸੀਂ ਮਸੰਦ ਆਉਂਦੇ ਸੀ, ਜਿਸ ਤਰ੍ਹਾਂ ਯੋਗਤਾ ਹੁੰਦੀ ਉਸੇ ਤਰ੍ਹਾਂ ਸਤਿਕਾਰ ਨਾਲ ਸਾਨੂੰ ਤੁਸੀਂ ਕੋਲ ਬਿਠਾ ਲਿਆ ਕਰਦੇ ਸੀ। ਦਇਆ ਕਰਤ ਹੋਏ ਕਾਰਜ ਰਾਸ। ਸਾਡੇ ਮਸੰਦਾਂ ਪਰ ਦਇਆ ਕਰਦੇ ਸੀ, ਸਾਡੇ ਸਾਰੇ ਕੰਮ ਕਾਰ ਮਹਾਰਾਜ ਠੀਕ ਹੋ ਜਾਂਦੇ ਸੀ। ਤਥਾ ਰੁਦਨ ਨਾਰੀ ਬਹੁ ਕਰੈ। ਇਸੇ ਤਰ੍ਹਾਂ ਕੀਰਤਪੁਰ ਦੀਆਂ ਜਿਹੜੀਆਂ ਮਾਈਆਂ ਬੀਬੀਆਂ ਉਹ ਵੀ ਬੜਾ ਸ਼ੋਕ ਗਮ ਕਰ ਰਹੀਆਂ ਹਨ। ਹੇ ਪ੍ਰਭ ਕੌਣ ਸ਼ਕਤ ਅਸ ਧਰੈ। हे परमेश्वर गुरु हरगोबिंद साहब, कौन ऐसी शक्ति रख रहा है। ਲੱਖੋ ਤੁਰਕਨ ਕੋ ਸੰਗਾਰਾ। देखो लखा जेड़े गुरु घर दे बैरी बने मुसलमानों ਨੂੰ ਤੁਸੀਂ ਮਾਰ ਮੁਕਾਇਆ ਹੈ। ਆਨਿਓ ਸਭ ਪਰਿਵਾਰ ਸੁਖਾਰਾ। ਫਿਰ ਕਰਤਾਰਪੁਰ ਦੇ ਵਿੱਚ ਸਾਰੇ ਪਰਿਵਾਰ ਨੂੰ ਮਾਰਿਆ, ਉਹਨਾਂ ਨੂੰ ਮਾਰ ਕੇ ਸੌਖੇ ਢੰਗ ਨਾਲ ਇੱਥੇ ਕੀਰਤਪੁਰ ਸਾਨੂੰ ਲੈ ਆਂਦਾ। ਗੁਰੂ ਰੂਪ ਜੋਧਾ ਬਲ ਭਾਰੀ। ਆ ਮਾਰਾ ਗੁਰੂ ਸਰੂਪੀ ਹੋਏ, ਭਾਰੀ ਜੰਗ ਚੁੱਕ ਕਰਨ ਵਾਲੇ ਜੋਧਾ ਭਾਰੀ ਹੋਏ। ਪੀਰੀ ਮੀਰੀ ਮਹਾ ਸੰਭਾਰੀ। ਆਪ ਨੇ ਤਾਂ ਤਖਤ ਤੇ ਬੈਠ ਕੇ ਪੀਰਾਂ ਦੀ ਪੀਰੀ ਸੰਭਾਲ ਲਈ, ਪਾਤਸ਼ਾਹਾਂ ਦੀ ਪਾਤਸ਼ਾਹੀ ਸੰਭਾਲ ਲਈ। ਇੱਕ ਦਿਸ਼ ਸੰਗਤ ਪ੍ਰੇਮ ਵਿਸਾਲਾ। ਇੱਕ ਤਰਫ ਤਾਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਬੜਾ ਭਾਰੀ ਪ੍ਰੇਮ ਪਿਆਰ ਹੈ। ਰੋਦਤ ਹੈ ਪਿਖ ਚਿਖ ਸਿੱਖ ਜਾਲਾ। ਸਮੂਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਦੀ ਚਿਖਾ ਵੱਲ ਨੂੰ ਦੇਖ ਕੇ ਬਰਾਕ ਕਰੀ ਜਾ ਰਹੇ। ਦਾਸੀ ਦਾਸ ਸੰਬੂਹ ਬਿਰਲਾਪੂ। ਜਿੰਨੇ ਦਾਸ ਦਾਸੀਓ ਸਾਰੇ ਬਿਰਲਾਪ ਕਰ ਰਹੇ, ਬਰਾਕ ਕਰ ਰਹੇ। ਤਜੈ ਬਿਲੋਚਨ ਤੇ ਬਹੁ ਆਪੂ। ਆਪੋ ਆਪਣੇ ਨੇਤਰਾਂ ਤੋਂ ਬੜਾ ਪਾਣੀ ਛੱਡ ਰਹੇ ਹਨ। ਜਨ ਕਰਨਾ ਰਸ ਛਾਇਓ ਡੇਰਾ। ਇਹ ਜਿਹੜਾ ਕਰਨਾ ਰਸ ਹੈ ਉਹਨੇ ਉੱਥੇ ਆਪਣਾ ਡੇਰਾ ਪਾ ਲਿਆ ਹੈ। ਸਤਗੁਰ ਬ੍ਰਿਹਤੇ ਕਸ਼ਟ ਗੁਰੂ ਬਡੇਰਾ। ਹਰਗੋਬਿੰਦ ਸਾਹਿਬ ਦੇ ਵਿਛੋੜੇ ਕਰਕੇ ਸਾਰਿਆਂ ਨੂੰ ਬੜਾ ਭਾਰੀ ਦੁੱਖ ਕਸ਼ਟ ਹੋ ਰਿਹਾ ਹੈ। ਭਾਨਾ ਸਾਹਿਬ ਸਭ ਸਮਝਾਏ। ਭਾਈ ਭਾਨਾ ਜੀ ਨੇ ਸਾਰਿਆਂ ਨੂੰ ਸਮਝਾਇਆ ਬੁਝਾਇਆ। ਕਿਮ ਨਾਹਕ ਤੁਮ ਸ਼ੋਕ ਉਪਾਏ। ਜੋ ਗੁਰ ਸਿੱਖੋ, ਕਿਵੇਂ ਬਿਨਾਂ ਕਿਸੇ ਕਾਰਨ ਤੋਂ ਤੁਸੀਂ ਸ਼ੋਕ ਪੈਦਾ ਕੀਤਾ, ਸ਼ੋਕ ਕਰ ਰਹੇ ਹੋ। ਜੀਨ ਬੰਦ ਸ੍ਰੀ ਹਰਿ ਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਤਾਂ ਗਰੀਬਾਂ ਦੇ ਬੰਧੂ ਹਨ, ਸੋਂਦੀ ਹਨ, ਪਿਆਰੇ ਹਨ। ਨਿਤ ਜੀਵਤ ਜਿਨ ਸ਼ਕਤ ਬਿਲੰਦ। ਜਿਨ੍ਹਾਂ ਵਿੱਚ ਮਹਾਨ ਸ਼ਕਤੀ ਸੀ, ਉਹ ਕਿਤੇ ਥੋੜੋ ਮਰ ਗਏ, ਉਹ ਤਾਂ ਹੁਣ ਵੀ ਜੀਂਦੇ ਐ। ਜੋ ਸਿਮਰੈ ਔਰ ਸ਼ਰਧਾ ਧਰੈ। ਜਿਹੜਾ ਵੀ ਹਿਰਦੇ ਵਿੱਚ ਸ਼ਰਧਾ ਧਾਰ ਕੇ ਹੁਣ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰੇਗਾ। ਵਿਦਤ ਹੋਇ ਸੋ ਦਰਸ਼ਨ ਕਰੈ। ਉਹਨੂੰ ਗੁਰੂ ਹਰਗੋਬਿੰਦ ਸਾਹਿਬ ਜੇ ਪ੍ਰਗਟ ਹੋ ਜਾਣਗੇ, ਉਹ ਦਰਸ਼ਨ ਹੁਣ ਵੀ ਕਰ ਲਏਗਾ। ਜੋ ਜਾਚੈ ਹੈ ਤਿਸ ਦੇਵਨ ਹਾਰੇ। ਜਿਹੜਾ ਵੀ ਯਾਦ ਕਰਕੇ ਮਹਾਰਾਜ ਤੂੰ ਮੰਗੇਗਾ, ਉਹਨੂੰ ਉਹ ਦੇਣ ਵਾਲੇ ਅੱਗੇ ਨੂੰ ਵੀ ਹੋਣਗੇ। ਤਿਨ ਕੋ ਸ਼ੋਕ ਕਹਾਂ ਕੋ ਤਾਰੇ। ਵੈਸੇ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਸਦਾ ਅਮਰ ਅਵਿਨਾਸ਼ੀ, ਉਹਨਾਂ ਦੇ ਕਹਿੰਦੇ ਸੱਚਖੰਡ ਗਮਨ ਕਰਨ ਤੋਂ ਕਿਵੇਂ ਤੁਸੀਂ ਸ਼ੋਕ ਧਾਰਿਆ ਹੋਵੇ। ਜਾਂ ਤੇ ਸੰਗਤ ਆਰ ਪਰਿਵਾਰ। ਇਸ ਕਰਕੇ ਭਾਈ ਭਾਨਾ ਜੀ ਕਹਿੰਦੇ, ਜਿੰਨੀਆਂ ਸਿੱਖ ਸੰਗਤਾਂ ਤੇ ਗੁਰੂ ਕਾ ਪਰਿਵਾਰ ਹੈ, ਨਹਿ ਕੀਜੈ ਇਮ ਸ਼ੋਕ ਉਦਾਰ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ, ਉਹ ਸੰਸਾਰ ਕਿਸੇ ਨੇ ਕੋਈ ਸ਼ੋਕ ਤੇ ਗਮ ਬਿਲਕੁਲ ਨਹੀਂ ਕਰਨਾ ਹੈ। ਅਪਰ ਲੋਕ ਜਗ ਕੇ ਹੋਏ ਜੈਸੇ। ਜਿਵੇਂ ਸੰਸਾਰ ਦੇ ਕੋਈ ਹੋਰ ਲੋਕ ਹੁੰਦੇ ਹਨ, ਸਤਗੁਰ ਨਹੀਂ ਜਾਣੀਐ ਤੈਸੇ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹੋਰ ਲੋਕਾਂ ਵਰਗੇ ਨਾ ਕਿਤੇ ਜਾਣ ਲਈਏ। ਇਸ ਬਿਦ ਕਹਿ ਕਰ ਸਕਲ ਹਟਾਏ। ਇਹ ਗੁਰੂ ਮਹਾਰਾਜ ਤਾਂ ਪਰਮੇਸ਼ਰ ਰੂਪ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਬਨਾਸੀ ਪੁਰਖ ਹੈ, ਸਮੈ ਰਿਹਾ ਸਮਾਏ। ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਸ਼ੋਕ ਕਰਨੋਂ ਹਟਾ ਦਿੱਤਾ ਹੈ। ਸ੍ਰੀ ਹਰਿ ਰਾਏ ਸੋ ਪ੍ਰਥਮ ਉਠਾਏ। ਸਭ ਤੋਂ ਪਹਿਲਾਂ ਹਰਿ ਰਾਏ ਸਾਹਿਬ ਜੀ ਉੱਠ
ਖੜੋਤੇ ਹਨ। ਸੂਰਜ ਮਲ ਸ੍ਰੀ ਤੇਗ ਬਹਾਦਰ। ਉਹਨਾਂ ਤੋਂ ਬਾਅਦ ਸੂਰਜ ਮਲ ਜੀ, ਸ੍ਰੀ ਤੇਗ ਬਹਾਦਰ ਸਾਹਿਬ ਜੀ, ਇਨਹੋ ਉਠਾਏ ਲਿਓ ਕਰ ਸਾਦਰ। ਇਹਨਾਂ ਨੂੰ ਵੀ ਬਚਨ ਕਰਕੇ ਬੜੇ ਸਤਿਕਾਰ ਨਾਲ ਉਠਾ ਲਿਆ ਹੈ ਉੱਥੋਂ। ਹਿਤ ਇਸ਼ਨਾਨ ਸਗਰੇ ਤਬ ਚਾਲੇ। ਕਿਉਂ ਕਹਿੰਦੇ ਅੰਤਮ ਸੰਸਕਾਰ ਕਰਕੇ ਫਿਰ ਇਸ਼ਨਾਨ ਕਰਨ ਵਾਸਤੇ ਤੁਦੋਂ ਚੱਲ ਪਏ ਸਾਰੇ ਸਤਰ ਵਾਲਨ। ਕਹਿਤ ਪਰਸ ਪਰ ਧੀਰ ਵਿਸਾਲੇ। ਆਪੋ ਵਿੱਚ ਹੀ ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਧੀਰਜ ਧਾਰੀ ਸਨ। ਕਰ ਮੱਜਨ ਕੋ ਲਾਏ ਦੀਵਾਨ। ਇਸ਼ਨਾਨ ਕਰਕੇ ਫਿਰ ਸਾਰਿਆਂ ਨੇ ਰਣ ਮਿਲ ਕੇ ਉੱਥੇ ਦੀਵਾਨ ਲਾ ਲਿਆ ਹੈ। ਸਤਿਗੁਰ ਸ਼ਬਦ ਕੀਨ ਸਭ ਗਾਨ। ਸਾਰਿਆਂ ਗੁਰਸਿੱਖਾਂ ਨੇ ਵਿਰਾਗਮਈ ਸ਼ਬਦਾਂ ਦਾ ਉੱਥੇ ਮਿਲ ਕੇ ਦੀਵਾਨ ਵਿੱਚ ਗਾਉਣਾ ਕੀਤਾ ਹੈ। ਪੰਚਾਮ੍ਰਿਤ ਅਰਦਾਸ ਅਲਾਏ। ਫਿਰ ਕੜਾ ਪ੍ਰਸ਼ਾਦ ਦੀ ਦੇਗ ਆ ਗਈ ਹੈ, ਉਹਦੇ ਵਾਸਤੇ ਕਹਿੰਦੇ ਅਰਦਾਸ ਕੀਤੀ ਹੈ। ਸਭ ਸੰਗਤ ਮਹਿ ਸੋ ਵਰਤਾਏ। ਉਦੋਂ ਬਾਅਦ ਸਾਰੀਆਂ ਸੰਗਤਾਂ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਨੂੰ ਵਰਤਾ ਦਿੱਤਾ ਹੈ। ਸਭਾ ਸਥਲ ਮਹਿ ਪੁੰਨ ਚੱਲ ਆਏ। ਫਿਰ ਜਿੱਥੇ ਉਹ ਦੀਵਾਨ ਵਾਲਾ ਸਥਾਨ, ਸਭਾ ਵਾਲਾ ਸਥਾਨ, ਉਧਰ ਨੂੰ ਚੱਲੇ ਆਏ ਹਨ। ਬੈਠ ਬੈਠ ਨਿਜ ਥਾਨ ਸਿਧਾਏ। ਹਾਂ ਕਹਿੰਦੇ ਬੈਠ ਬੈਠ ਕੇ ਜਾਣੀ ਫਿਰ ਆਪੋ ਆਪਣੇ ਥਾਵਾਂ ਨੂੰ ਚਲੇ ਗਏ। ਸੰਮਤ ਬਿਕਰਮ ਨਿਰਪ ਕੋ ਕਹੀਐ ਹੈ। ਜਿਹੜਾ ਬਿਕਰਮਾਦਿਤ ਰਾਜਾ ਹੋਇਆ ਉਹਦਾ ਬਿਕਰਮੀ ਸੰਗਤ ਕਹੀਦਾ ਹੈ। 16 ਸਹਸ ਚੇਤ ਸੁਧ ਲਹੀਐ ਹੈ। 17 ਸਹਿਸ ਚੇਤ ਸੁਧ ਲਹੀਐ। ਇਸ ਤਰ੍ਹਾਂ 1700 ਜਿਹੜਾ ਪਾਠ ਹੈ ਸ਼ੁੱਧ ਸਮਝਣਾ ਹੈ, ਕਿਤੇ 1600 ਆਉਂਦਾ ਹੈ। ਪਰ ਸੰਪਰਦਾ ਵਿੱਚ ਜਿਹੜਾ 17 ਪਾਠ ਹੈ ਉਹਨੂੰ ਸ਼ੁੱਧ ਮੰਨਿਆ। 17 ਸਹਿਸ ਚੇਤ 1700 ਵਿਕਰਮੀ ਚੰਨ ਸੰਮਤ ਸੀ ਤੇ ਚੇਤ ਦੀ ਸੁਦੀ ਚਾਨੇ ਪੱਕਦੀ ਪੰਚਮੀ ਥਿਤ ਜਾਣ ਲਈਏ। ਪੰਚਮ ਸਵਾ ਜਾਮ ਦਿਨ ਚਰੇ। ਚੇਤ ਦੇ ਮਹੀਨੇ ਦੀ ਚਾਨੇ ਪੱਕਦੀ ਪੰਚਮੀ ਥਿਤ ਸੀ ਤੇ ਸਵਾ ਦਿਨ ਪਹਿਰ ਦਿਨ ਚੜਿਆ ਸੀ। ਤਨ ਗੁਰ ਕੋ ਸੰਸਕਾਰਨ ਕਰੇ। ਉਸ ਵੇਲੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਕਰਿਆ ਗਿਆ ਸੀ। ਜੇ ਸਿੱਖ ਮੁਖ ਸਬਨ ਸਮਝਾਵੇ। ਜਿਹੜੇ ਮੁਖੀ ਸਿੱਖ ਉਹ ਦੂਸਰਿਆਂ ਗੁਰਸਿੱਖਾਂ ਸਾਰਿਆਂ ਨੂੰ ਸਮਝਾਉਂਦੇ ਬੁਝਾਉਂਦੇ। ਕਹਿ ਬਹੁ ਭਾਂਤਨ ਸ਼ੋਕ ਮਿਟਾਵੇ। ਬਹੁਤ ਤਰ੍ਹਾਂ ਦੇ ਬਚਨ ਕਹਿ ਕਹਿ ਕੇ ਸ਼ੋਕ ਗਮ ਨੂੰ ਮਿਟਾਉਂਦੇ ਹਟਾਉਂਦੇ ਹਨ। ਕਿਰਿਆ ਰੀਤ ਸੂਰਜ ਮਲ ਸਾਰੀ। ਜਿੰਨੀ ਅੰਤਮਕਾਰ ਮਿਰਤਕ ਸੰਸਕਾਰ ਦੀ ਗੁਰਮਰਜ਼ਾਦਾ ਉਹ ਸੂਰਜ ਮਲ ਨੇ ਸਾਰੀ ਕੀਤੀ ਹੈ। ਕਰਤ ਭਇਓ ਵਿਦ ਜਥਾ ਉਚਾਰੀ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਦੇ ਸੁਪੁੱਤਰ ਭਾਈ ਪਾਨਾ ਜੀ ਨੇ ਕਿਹਾ ਹੈ, ਉਸ ਤਰ੍ਹਾਂ ਇਹ ਵਿਧੀ ਪੂਰਵ ਇਹਨੇ ਸਾਰੀ ਮਰਜ਼ਾਦਾ ਕੀਤੀ ਹੈ। ਪੁਸ਼ਪ ਚਨਾਵਨ ਆਦਿਕ ਜੋਏ। ਜਿਵੇਂ ਸੰਸਕਾਰ ਤੋਂ ਬਾਅਦ ਜਿਹੜੇ ਕੋਈ ਫੁੱਲ ਹੈ ਹੋਰ ਅੰਗੀਠੇ ਨੂੰ ਸੰਭਾਲ ਦੇਣਾ ਹੈ। ਤ੍ਰੋਦਸ ਦਿਵਸ ਬਿਤਨ ਜਬ ਹੋਏ। ਜਦੋਂ ਕਹਿੰਦੇ ਇਸ ਤਰ੍ਹਾਂ ਸਰੀਰ ਨੂੰ ਛੱਡਿਆ ਹੋਇਆ 13 ਦਿਨ ਪੂਰੇ ਹੋ ਗਏ। ਭੋਜਨ ਅਨੇਕ ਪ੍ਰਕਾਰ ਕਰਾਏ। ਅਨੇਕਾਂ ਤਰ੍ਹਾਂ ਦੇ ਜਿਹੜੇ ਭੋਜਨ ਤਿਆਰ ਕਰਵਾਏ। ਕਈ ਹਜ਼ਾਰਨ ਕੇ ਤ੍ਰਿਪਤਾਏ। ਹਾਂ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ। ਸਭ ਨੂੰ ਕਹਿੰਦੇ ਸ਼ਿਕਾਸ਼ ਕਾ ਕੇ ਤ੍ਰਿਪਤ ਕੀਤਾ ਹੈ। ਸਤਿਗੁਰ ਹੇਤ ਦਾਨ ਬਹੁ ਕੀਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਵਿਤ ਨੂੰ ਲੈ ਕੇ ਕਾਰਨ ਨੂੰ ਲੈ ਕੇ ਬੜਾ ਦਾਨ ਖੁੱਲਾ ਕੀਤਾ। ਸਹਿਜਾ ਬਸਤਰ ਸ਼ਾਸਤਰ ਕੋ ਦੀਨੇ। ਆ ਜਿਹੜੀਆਂ ਸਹਿਜਾਂ ਹੈ ਯਾਨੀ ਉਹ ਰਜਾਈਆਂ ਚੁਲਾਈਆਂ ਹੋਰ ਜਿਹੜੇ ਕੋਈ ਕੱਪੜੇ ਹਨ ਸਹਿਜਾ
ਵਸਤਰ ਸ਼ਸਤਰ ਕੋ ਹੋਰ ਵਸਤਰ ਤੇ ਦੀਨੇ ਸ਼ਸਤਰ ਵੀ ਦੇਣਾ ਕੀਤੇ ਦਾਨ ਵਿੱਚ। ਬਹੁ ਮੋਲੇ ਗਨ ਦੀਏ ਤਰੰਗ ਬਹੁਤ ਤਕੜੇ ਮੁੱਲ ਦੇ ਕਹਿੰਦੇ ਘੋੜੇ ਵੀ ਉਹ ਕਿਸ ਤਰ੍ਹਾਂ ਦਾਨ ਵਿੱਚ ਦੇਣਾ ਕੀਤੇ ਹਨ। ਅਲੰਕਾਰ ਸੁੰਦਰ ਸਰਬੰਗ ਜਿਨ੍ਹਾਂ ਘੋੜਿਆਂ ਦੇ ਕਹਿੰਦੇ ਗਹਿਣੇ ਐ ਸਭ ਤਰ੍ਹਾਂ ਕਰਕੇ ਅੰਗਾਂ ਨੂੰ ਪਹਿਨਾਏ ਹੋਏ ਐ। ਜਥਾ ਜੋਗ ਸਭ ਹੀ ਕਰਵਾਏ ਗੱਲ ਕਿ ਜਿਸ ਤਰ੍ਹਾਂ ਯੋਗਤਾ ਬੰਦੀ ਸੀ ਉਹ ਸਾਰਾ ਗੁਰਮਤਿ ਮਰਜੀਤੀ ਮਰਜ਼ਾਦਾ ਨੂੰ ਕੀਤਾ ਕਰਾਇਆ ਗਿਆ ਹੈ। ਨਿਜ ਨਿਜ ਸਾਧਨ ਗਏ ਸਮੁਦਾਏ ਉਦੋਂ ਬਾਅਦ ਆਪੋ ਆਪਣੇ ਘਰਾਂ ਨੂੰ ਗੁਰਸਿੱਖ ਸੇਵਕ ਸਮੂਹ ਚਲੇ ਗਏ। ਰਾਏ ਜੋਧ ਕਾਂਗੜ ਕੋ ਗਇਓ ਜਿਹੜਾ ਜੋਧ ਰਾਏ ਸੀ ਆਪਣੇ ਕੰਗਣ ਨਗਰ ਵੱਲ ਨੂੰ ਚਲਾ ਗਿਆ। ਸੰਗ ਆਪਨੇ ਰੂਪਾ ਲਿਓ ਇਹ ਆਪਣੇ ਨਾਲ ਜਾਂਦਿਆਂ ਹੋਇਆ ਭਾਈ ਰੂਪ ਚੰਦ ਨੂੰ ਵੀ ਨਾਲ ਲੈ ਲਿਆ ਹੈ। ਚਿਰੰਕਾਲ ਕੇ ਇਕੱਠੇ ਹੋਤੇ ਕਿਉਂਕਿ ਜੋਧ ਰਾਏ ਤੇ ਰੂਪ ਚੰਦ ਦੀ ਬਹੁਤ ਸਮੇਂ ਤੋਂ ਇਕੱਠੇ ਹੀ ਇੱਥੇ ਹੈ ਸੀ। ਗਮਨੇ ਸਿੱਖ ਸੇਵਕ ਜਿਤ ਕੀਤੇ ਬਾਕੀ ਜਿੱਥੇ ਕਿੱਥੇ ਕੋਈ ਸਿੱਖ ਸੇਵਕ ਆਇਆ ਉੱਥੇ ਉੱਥੇ ਉਹ ਚਲੇ ਗਏ। ਸ੍ਰੀ ਹਰਿ ਰਾਏ ਅਗਰ ਕਰ ਨਮੋ ਜਾਣ ਸਮੇਂ ਸਾਰਿਆਂ ਨੇ ਹਰ ਰਾਏ ਸਾਹਿਬ ਮਹਾਰਾਜ ਜੀ ਅੱਗੇ ਨਮਸਕਾਰਾਂ ਕਰੀਆਂ। ਗੁਰੂ ਸੁਤਨ ਸੋ ਮਿਲਤੇ ਸਮੋ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸੂਰਜਮਲ ਤੇਗ ਬਹਾਦਰ ਅਨੀਰਾ ਸਾਰਿਆਂ ਨੂੰ ਉਸ ਸਮੇਂ ਮਿਲੇ ਅਜਾਣ ਸਮੇਂ ਜਹ ਕਹਿ ਗਏ ਸਰਬ ਜੇ ਆਏ ਜਿਹੜੇ ਸਾਰੇ ਆਏ ਸੀ ਜਿੱਥੇ ਕਿੱਥੇ ਆਏ ਉੱਥੇ ਚਲੇ ਗਏ। ਗੁਰ ਕੀਰਤ ਬਿਸ ਤੀਰਤ ਜਾਏ ਰਸਤੇ ਵਿੱਚ ਜਾਂਦਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਫੈਲਾਉਂਦੇ। ਧੀਰ ਮਲ ਸੁਨ ਨਾਹੇ ਨ ਆਇਓ ਆਪੋ ਵਿੱਚ ਹੀ ਗੁਰਸਿੱਖ ਕਹਿੰਦੇ ਵੀ ਦੇਖੋ ਜਿਹੜਾ ਧੀਰ ਮਲ ਉਹਨੇ ਸੁਣ ਵੀ ਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋ ਸਿੰਘਾਵੇ ਫਿਰ ਵੀ ਉਹ ਆਇਆ ਨਹੀਂ ਹੈ। ਗੁਰੂ ਅਨਜ ਭਾ ਕੁਛ ਹਰ ਖਾਇਓ ਹਾਂ ਇਸ ਤਰ੍ਹਾਂ ਭਾਵੇਂ ਧੀਰ ਮਲ ਕਹਿੰਦੇ ਆਇਆ ਨਹੀਂ ਹੈ ਪਰ ਇਹਨੇ ਸੁਣ ਪਾਇਆ ਵੀ ਮੇਰੇ ਛੋਟੇ ਭਰਾ ਰਾਏ ਸਾਹਿਬ ਜੀ ਗੁਰੂ ਬਣ ਗਏ ਹੈ। ਉਹ ਥੋੜਾ ਜਿਹਾ ਖੁਸ਼ ਵੀ ਹੋਇਆ ਹੈ। ਹਿਰਦੈ ਨਾਨਕੀ ਕੀਨ ਵਿਚਾਰਾ ਇਧਰ ਮਾਤਾ ਨਾਨਕੀ ਜੀ ਨੇ ਹਿਰਦੇ ਵਿੱਚ ਵਿਚਾਰ ਕੀਤਾ ਹੈ। ਸਿਮਰਿਓ ਬਾਕ ਜੋ ਕੰਤ ਉਚਾਰਾ ਜੋ ਗੁਰੂ ਹਰਗੋਬਿੰਦ ਸਾਹਿਬ ਮਾਲਕਾਂ ਨੇ ਬਚਨ ਕਹੇ ਸੀ ਉਹਨਾਂ ਨੂੰ ਚੇਤੇ ਕੀਤਾ। ਮਮ ਸੁਤ ਭੀ ਪੈ ਹੈ ਵਡਿਆਈ ਮੇਰਾ ਜੋ ਸੁਪੁੱਤਰ ਤੇਗ ਬਹਾਦਰ ਸਾਹਿਬ ਉਹ ਵੀ ਗੁਰਤਾ ਗੱਦੀ ਦੀ ਵਡਿਆਈ ਨੂੰ ਪਾਵੇਗਾ। ਸਮਾ ਪ੍ਰਤੀਖਤ ਰਾਹ ਕਿਤ ਥਾ ਕਿਸ ਕਿ ਥਾਈ ਕਿਸ ਥਾਂ ਤੇ ਰਹਿ ਕੇ ਮੈਂ ਇਸ ਸਮੇਂ ਦੀ ਉਡੀਕ ਕਰਦੀ ਰਹਾ। ਇਹਾ ਸ਼ਰੀਕਾ ਵਧ ਹੈ ਦੁਹੇਲਾ ਜਿਵੇਂ ਮਾਈਆਂ ਦਾ ਆਮ ਸੁਭਾਅ ਹੁੰਦਾ ਕਹਿੰਦੇ ਇੱਥੇ ਤਾਂ ਹੁਣ ਸ਼ਰੀਕਾ ਬਹੁਤਾ ਵੱਧ ਜਾਏਗਾ। ਨਹੀਂ ਪਰਸ ਪਰ ਰਾਖੈ ਮੇਲਾ ਇਹਨਾਂ ਨੇ ਆਪੋ ਵਿੱਚ ਹੀ ਕਿਹੜਾ ਹੁਣ ਮੇਲ ਜੋਰ ਰੱਖਣਾ ਹੈ। ਜਾਂ ਤੇ ਪ੍ਰਿਥਕ ਹੋਣ ਭਲ ਮਾਨ ਜਿਸ ਕਰਕੇ ਮੈਂ ਨਾ ਤੋਂ ਵੱਖਰੀ ਹੋ ਜਾਏ ਹੀ ਇਹਨੂੰ ਚੰਗਾ ਮੰਨਿਆ ਇਸ ਨੇ। ਗ੍ਰਾਮ ਬਕਾਲੇ ਬਸਨ ਸਥਾਨ ਜਿਹੜਾ ਬਕਾਲਾ ਨਗਰ ਹੈ ਉਸ ਸਥਾਨ ਤੇ ਮੈਂ ਜਾ ਬਸਾਂ। ਗੁਰ ਕੀ ਭੀ ਆਇਸ ਤਪ ਬਾਕੀ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਮੈਨੂੰ ਉੱਥੇ ਜਾਣ ਦੀ ਬਸਣ ਦੀ ਆਗਿਆ ਹੋਈ ਹੈ। ਕਰਿਓ ਚਹਿਤ ਆਪਣੇ ਚਿਤ ਸੋਈ ਇਸ ਕਰਕੇ ਆਪਣੇ ਚਿੱਤ ਵਿੱਚ ਉਹ ਸੰਸਾਰੀ ਕਰਿਆ ਚਾਹੁੰਦੀ ਹੈ। ਸਕਲ ਸਮਾਜ ਸੰਭਾਰਨ ਕਰਿਓ ਜੋ ਨਾਨਕੀ ਜੀ ਨੇ ਜਿੰਨਾ ਘਰ ਦੋ ਸਾਜੋ ਸਮਾਨ ਸੀ ਸਵਾਰਾ ਸੰਭਾਲ ਲੈਣਾ ਕੀਤਾ। ਸਦਨ ਵਿਖੈ ਜੇਤ ਕਥੋਂ ਧਰਿਓ ਜਿੰਨਾ ਘਰ ਦੇ ਵਿੱਚੋਂ ਰੱਖਿਆ ਹੋਇਆ ਸੀ ਮਿਲ ਸਭ ਸੋਂ ਬਹੁ ਹੋਏ ਦੁਖਾਰੀ ਸਾਰਿਆਂ ਨਾਲ ਮਿਲ ਜੁਲ ਕੇ ਬਹੁਤੀ ਦੁਖੀ ਜੀ ਹੋ ਕੇ ਹੋਨ ਇਕਾਂਕੀ ਹਿਰਦੈ ਵਿਚਾਰੀ ਹਿਰਦੇ ਵਿੱਚ ਵਿਚਾਰਿਆ ਵੀ ਬਾਕੀ ਸਾਰਿਆਂ ਤੋਂ ਮੈਂ ਇਕਾਂਤ ਵੱਖਰਿਆਂ ਹੋ ਜਾਵਾਂ। ਸੁਤ ਕੋ ਲਿਓ ਆਪਣੇ ਸਾਥ ਆਪਣੇ ਸੁਪੁੱਤਰ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਨਾਲ ਲੈ ਲਿਆ। ਸਿਮਰਨ ਕਰ ਕੈ ਜਗ ਗੁਰਨਾਥ ਗੁਰੂ ਹਰਗੋਬਿੰਦ ਸਾਹਿਬ ਜੋ ਆਪਣੇ ਮਾਲਕ ਉਹਨਾਂ ਨੂੰ ਚੇਤੇ ਕਰਦੇ ਆ। ਰਹੇ ਹਟਾਏ ਨ ਮਾਨੀ ਕੋਏ ਕੀਰਤਪੁਰ ਦੇ ਜਿੰਨੇ ਦਾਸ ਦਾ ਸੇਵਕ ਹੈ ਹਟਾਰੇ ਵਿੱਚ ਸੀ ਨਾ ਜਾਓ ਮਾਤਾ ਜੇ ਪਰ ਨਹੀਂ ਇਹ ਮੰਨੇ। ਤਿਆਰੀ ਕਰ ਕਰਾਈ ਸਯੰਦਨ
ਮਨ ਜੋਏ। ਹਾਂ ਕਹਿੰਦੇ ਹਰਸ ਨੂੰ ਜੋੜ ਕੇ ਚੱਲਣ ਦੀ ਤਿਆਰੀ ਕਰਵਾ ਲਈ। ਸਕਟਨ ਪਰ ਸਾ ਮਿਗਰੀ ਧਰ ਕੈ, ਗੱਡਿਆਂ ਉੱਪਰ ਸਾਜੋ ਸਮਾਨ ਸਮਗਰੀ ਜੀ ਰੱਖ ਲਈ ਹੈ। ਨਿਕਸੀ ਘਰ ਤੇ ਦਿਗ ਜਲ ਭਰ ਕੈ, ਆਪਣੇ ਘਰ ਤੋਂ ਨੇਤਰਾਂ ਵਿੱਚ ਜਲ ਜਾ ਭਰ ਕੇ ਨਿਕਲ ਤੁਰੀ ਹੈ। ਸੁਤ ਕੋ ਚਪਲ ਤੁਰੰਗ ਚੜਾਇਓ, ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਨੂੰ ਚੰਚਲ ਘੋੜੇ ਉੱਪਰ ਚੜਾਇਆ ਹੈ। ਕੀਰਤਪੁਰ ਛੋਰਨ ਮਨ ਪਾਇਓ, ਵੇ ਕੀਰਤਪੁਰ ਸਾਹਿਬ ਮੈਂ ਛੱਡ ਕੇ ਚਲੀ ਜਾਉ, ਮਨ ਵਿੱਚ ਚੰਗਾ ਲੱਗਿਆ ਹੈ। ਪਰੇ ਪੰਥ ਕੋ ਗਏ ਬਕਾਲੇ, ਮਾਤਾ ਜੀ ਰਸਤੇ ਪੈ ਗਏ ਹਨ ਤੇ ਬਕਾਲੇ ਚਲੇ ਗਏ। ਤਹਾਂ ਸਦਨ ਚਿਨਵਾਏ ਵਿਸਾਲੇ, ਉੱਥੇ ਇਹਨਾਂ ਦੇ ਮਾਤਾ ਪਿਤਾ ਨੇ ਪਹਿਲੇ ਹੀ ਚੰਗੇ ਮਕਾਨ ਚਿਣਵਾਏ ਹੋਏ ਸੀ, ਕਿਉਂਕਿ ਇੱਥੋਂ ਦੇ ਸਨ ਮਾਤਾ ਜੀ। ਕਰਿਓ ਬਾਸ ਤਹ ਸਮੋ ਬਿਤਾਵਨ, ਉੱਥੇ ਬਕਾਲੇ ਵਿੱਚ ਜਾ ਕੇ ਨਿਵਾਸ ਕੀਤਾ, ਸਮਾਂ ਬਤੀਤ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਪਾਵਨ, ਸ੍ਰੀ ਤੇਗ ਬਹਾਦਰ ਸਾਹਿਬ ਜੀ ਜੋ ਮਹਾਨ ਹੀ ਪਾਵਨ ਪਵਿੱਤਰ ਹਨ। ਪੁੱਤਰ ਬਧੂ ਗੁਜਰੀ ਸੁਖ ਪਾਏ, ਆਪਣੇ ਪੁੱਤਰ ਦੀ ਜਿਹੜੀ ਵਹੁਟੀ ਹੈ ਨੂੰਹ ਹੈ ਗੁਜਰੀ, ਉਹ ਸੁਖ ਪਾ ਰਹੀ ਹੈ। ਨੋਹ ਬਸੇ ਜਾਏ ਤਿਸ ਥਾਏ, ਮਾਤਾ ਨਾਨਕੀ ਜੀ ਸ੍ਰੀ ਤੇਗ ਬਹਾਦਰ ਸਾਹਿਬ ਜੀ ਗੁਜਰੀ ਜੀ ਇਹ ਤਿੰਨੇ ਹੀ ਬਕਾਲੇ ਵਿੱਚ ਸੁਖ ਪਾ ਕੇ ਜਾ ਵਸੇ ਹਨ। ਜਿਵੇਂ ਇੱਥੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਕੋਰੇ ਵਿੱਚ ਬੈਠ ਕੇ ਮਹਾਨ ਜਪ ਤਪ ਕਰਦੇ ਰਹੇ। ਇੱਥੇ ਬੈਠਿਆਂ ਹੋਏ ਫਿਰ ਗੁਰਤਾ ਗੱਦੀ ਦਾ ਸਵਾਪ ਜਿਹਨੂੰ ਹੋਆ ਪ੍ਰਾਪਤ ਹੋਇਆ ਸੀ। ਇਸ ਤਰ੍ਹਾਂ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਗਮਨ ਕਰਨ ਦਾ ਆਪਾਂ ਜਿਹੜਾ ਸਾਰਾ ਪ੍ਰਸੰਗ ਖੋਲ ਕੇ ਸੁਣਿਆ ਹੈ। ਸਮਾਂ ਉੱਪਰੀ ਜਾ ਰਿਹਾ ਹੈ। ਇੱਥੇ ਸਮਾਪਤੀ ਕਰਕੇ ਹੁਣ ਆਪਾਂ ਅਰਦਾਸ ਵਿੱਚ ਜੁੜੀਏ। ਕਰਿਓ ਬਾਸ ਤਹ ਸਮੋ ਬਿਤਾਵਨ, ਸ੍ਰੀ ਗੁਰ ਤੇਗ ਬਹਾਦਰ ਪਾਵਨ। ਪੁੱਤਰ ਬਧੂ ਗੁਜਰੀ ਸੁਖ ਪਾਏ, ਤੀਨੋਂ ਬਸੇ ਜਾਏ ਤਿਸ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ